ਜੈ ਮਸੀਹ ਦੀ ਭੈਣੋ ਭਰਾਵੋ ਤੁਹਾਨੂੰ ਪਰਮੇਸ਼ਰ ਬਹੁਤ ਬਰਕਤ ਦੇਵੇ। God bless you all the brothers and sisters mightily. ਮੈਂ ਵਿਸ਼ਵਾਸ ਕਰਦਾ ਹੈਗਾ ਕਿ ਤੁਸੀਂ ਅੱਜ ਆਪਣੇ ਦਿਲ ਨੂੰ ਤਿਆਰ ਕਰੀ ਬੈਠੇ ਹੈਗੇ ਹੋ ਪਰਮੇਸ਼ਰ ਦਾ ਵਚਨ ਸੁਣਨ ਦੇ ਵਾਸਤੇ। And I believe that you have prepared your heart today to receive the word of God. ਅੱਜ ਸਿੱਧਾ ਪ੍ਰਭੂ ਦੇ ਵਚਨ 'ਚ ਜਾਵਾਂਗੇ। We're going to go in the word of God directly. ਕਿ ਪਰਮੇਸ਼ਰ ਆਪਣੇ ਵਚਨ ਨੂੰ ਅੱਜ ਬਰਕਤ ਦੇਵੇ। May God bless his word today. ਆਪਾਂ ਅਕਸਰ ਜੌਨ ਚੈਪਟਰ 3 ਵਰਸ 16 ਦੀ ਗੱਲਬਾਤ ਕਰਦੇ ਹਾਂ। We usually mostly talk about John chapter 3 verse 16. ਜਿਹੜਾ ਗੋਸਪਲ ਦਾ ਮੇਨ ਵਰਸ ਹੈ, ਜਿਹੜਾ ਕਹ ਲੋ ਕਿ ਗ੍ਰੇਸ ਦਾ ਵਰਸ ਹੈ। And that is like a main verse for the gospel and is the verse of grace. ਲੇਕਿਨ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ 3:16 ਸ਼ੇਅਰ ਕਰਨਾ ਜਾ ਰਿਹਾ ਹੈਗਾ ਲੇਕਿਨ ਉਹ ਗ੍ਰੇਸ ਦਾ ਵਰਸ ਨਹੀਂਗਾ, ਬਲਕਿ ਜਦੋਂ ਗ੍ਰੇਸ ਖਤਮ ਹੋ ਜਾਂਦੀ ਹੈ, ਗ੍ਰੇਸ ਪੀਰੀਅਡ ਖਤਮ ਹੋ ਜਾਂਦਾ ਆ ਤੇ ਰੈਪਚਰ ਆ ਜਾਂਦੀ ਆ ਤੇ ਚਰਚ ਜਿਹੜਾ ਹੈਗਾ ਉਹ ਚੱਕਿਆ ਜਾਂਦਾ ਆ, ਇਹ ਉਸ ਸਮੇਂ ਰੈਪਚਰ ਦਾ ਵਰਸ ਹੈਗਾ। And there's another 3:16 that I'm going to share with you today. It's not at the time of grace, it's the time of after grace when the rapture comes and when the church is being lifted up. ਜੀ ਹਾਂ, ਮੈਂ ਗੱਲਬਾਤ ਕਰ ਰਿਹਾ ਹੈਗਾ ਪ੍ਰਕਾਸ਼ ਦੀ ਪੋਥੀ ਉਹਦਾ 3ਰਾ ਚੈਪਟਰ ਤੇ 16ਵੇਂ ਵਰਸ ਦੀ, ਯਾਨੀ ਕਿ ਰੈਵਲੇਸ਼ਨ 3:16 ਦੀ ਗੱਲ ਕਰ ਰਹੇ ਹਾਂ। And yes, I am talking about the book of Revelation chapter 3 verse 16. ਆਓ ਦੇਖੀਏ ਰੈਵਲੇਸ਼ਨ ਚੈਪਟਰ 3 15 ਤੋਂ ਪੜਾਂਗੇ, ਰੈਵਲੇਸ਼ਨ 3ਰਾ ਚੈਪਟਰ ਤੇ ਉਹਦਾ 15ਵਾਂ ਤੇ 16ਵਾਂ ਵਰਸ ਦੋਨੋਂ ਪੜਾਂਗੇ। And we're going to read from Revelation chapter 3 verse 15 and 16. ਜੀ ਹਾਂ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਬਈ ਤੂੰ ਨਾ ਤਾਂ ਠੰਡਾ ਹੈ ਨਾ ਤੱਤਾ। ਮੈਂ ਚਾਹੁੰਦਾ ਹਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ, ਸੋ ਤੂੰ ਸੀਲ ਗਰਮ ਜੋ ਹੈ, ਨਾ ਤੱਤਾ ਨਾ ਠੰਡਾ। ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗੜਾਸ਼ ਸੁੱਟਾਂਗਾ। ਜ਼ਬਰਦਸਤ ਵਰਸ ਹੈ। This is such a powerful word of God. ਕੁਝ ਦਿਨ ਪਹਿਲਾਂ ਪਵਿੱਤਰ ਆਤਮਾ ਨੇ ਇਹ ਵਰਸ ਮੇਰੇ ਵਿੱਚ ਖੋਲਿਆ, ਮੈਨੂੰ ਬਹੁਤ ਬਰਕਤ ਮਿਲੀ। And a few days ago the Holy Spirit gave me this verse and I was very blessed by it. ਲਿਖਿਆ ਹੈ ਕਿ ਇਹਦੇ ਇਸ ਵਰਸ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਹੈਗੀਆਂ ਨੇ। There are 3 things we see in this verse. ਬੱਚੇ ਕਹਿੰਦਾ ਵੀ ਜਾਂ ਤਾਂ ਤੂੰ ਤੱਤਾ ਹੁੰਦਾ ਜਾਂ ਤੂੰ ਠੰਡਾ ਹੁੰਦਾ, ਲੇਕਿਨ ਤੂੰ ਕੋਸਾ ਆ। The word says either you be hot or cold but you are lukewarm. ਹੁਣ ਕਹਿੰਦਾ ਜਾਂ ਤਾਂ ਤੂੰ ਮੈਂ ਚਾਹੁੰਦਾ ਆ ਕਿ ਤੂੰ ਜਾਂ ਤਾਂ ਤੱਤਾ ਹੁੰਦਾ ਜਾਂ ਮੈਂ ਚਾਹੁੰਦਾ ਕਿ ਤੂੰ ਠੰਡਾ ਹੁੰਦਾ, ਲੇਕਿਨ ਕਹਿੰਦਾ ਕਿਉਂਕਿ ਤੂੰ ਲੂਕ ਵਾਰਮ ਹੈ ਯਾਨੀ ਕਿ ਕੋਸਾ ਆ ਤਾਂ ਮੈਂ ਤੈਨੂੰ ਆਪਣੇ ਮੂੰਹ ਚੋਂ ਉਗਲ ਦੇਵਾਂ। And it says that I wish you were either cold or hot, but you are lukewarm, and I want to spit you out of my mouth. ਹੁਣ ਅੱਜ ਇਸ ਦੇ ਵਚਨ ਵਿੱਚ ਮੈਂ ਤੁਹਾਡੇ ਨਾਲ 3 ਗੱਲਾਂ ਸ਼ੇਅਰ ਕਰਾਂਗਾ। And I want to share 3 things with you today. ਤੱਤਾ ਹੋਣਾ ਕੀ ਮਤਲਬ ਆ, ਠੰਡਾ ਹੋਣ ਦਾ ਕੀ ਮਤਲਬ ਆ, ਤੇ ਕੋਸੇ ਹੋਣ ਦਾ ਕੀ ਮਤਲਬ ਆ। What does it really mean being hot or being cold and being lukewarm? ਇਹ ਵਰਸ ਜਿਹੜਾ ਹੈਗਾ ਬਿਲਕੁਲ ਉਸ ਸਮੇਂ ਬੋਲਿਆ ਗਿਆ ਜੀ ਤੋਂ ਕੁਝ ਵਰਸ ਬਾਅਦ ਇੱਕਦਮ ਰੈਪਚਰ ਹੋ ਜਾਣੀ ਹੈ। And this verse was taken place at the time when just not too long after the rapture took place. 4ਵੇਂ ਚੈਪਟਰ ਦੇ ਪਹਿਲੇ ਵਰਸ ਦੇ ਵਿੱਚ ਰੈਪਚਰ ਹੋ ਗਈ ਆ ਤੇ ਕੁਝ ਵਰਸਿਸ ਪਹਿਲਾਂ ਹੀ ਇਹ ਵਰਸ ਜਿਹੜਾ ਬੋਲਿਆ ਗਿਆ ਹੈ। And in the beginning of the 4th chapter the rapture takes place, and this verse happens just few verses before that. ਹੁਣ ਪਰਮੇਸ਼ਰ ਚਾਹੁੰਦਾ ਹੈ ਕਿ ਆਪਾਂ ਤੱਤੇ ਹੁੰਦੇ, ਪਹਿਲਾ ਆਪਣਾ ਹੀ ਪੁਆਇੰਟ ਹੋਏਗਾ। And the first point will be that Lord wants us to be hot. ਹੁਣ ਕਿਉਂਕਿ ਰੈਪਚਰ ਜਿਹੜੀ ਹੈਗੀ ਆ ਉਹ ਆ ਰਹੀ ਹੈ ਤੇ ਰੈਪਚਰ ਦੇ ਵਿੱਚ ਸਿਰਫ ਉਹੀ ਜਾ ਰਹੇ ਨੇ ਜਿਹੜੇ ਤੱਤੇ ਹੁੰਦੇ, ਜੇ ਦੇਖਿਆ ਜਾਵੇ, ਜਿਹੜੇ ਰੂਹ ਦੇ ਵਿੱਚ ਪੱਕੇ ਹੋਏ ਹੈਗੇ ਨੇ, ਜਿਹੜੇ ਰੂਹ ਦੇ ਵਿੱਚ ਕਹਿ ਲਓ ਕਿ ਭਰੇ ਹੋਏ ਹੈਗੇ ਨੇ, ਉਹ ਜਿਹੜੇ ਪਰਮੇਸ਼ਰ ਦੀ ਹਜ਼ੂਰੀ ਉਹਨਾਂ ਦੇ ਦਿਲਾਂ 'ਚ ਵਾਸ ਕਰਦੀ ਆ, ਉਹ ਰੈਪਚਰ ਵਿੱਚ ਉਠਾ ਲਏ ਜਾਣਗੇ। And in the rapture those people will be taken, the ones that are hot, the ones who are filled with the presence of the Lord is in them, they're continuously stepping with the Lord all the time everywhere. Those are the ones, the hot people, that they will be taken at the time of rapture. ਜਿਸ ਤਰ੍ਹਾਂ ਕਹਿ ਲਓ ਕਿ ਜਿਨ੍ਹਾਂ ਨੇ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰ ਲਿਆ ਤੇ ਜਿਨ੍ਹਾਂ ਨੇ ਬੋਰਨ ਅਗੇਨ ਐਕਸਪੀਰੀਅੰਸ ਕਰ ਲਿਆ ਆ, ਰੂਹ ਦੇ ਵਿੱਚ ਜਨਮ ਲੈ ਲਿਆ ਆ, ਉਹ ਚੱਕੇ ਜਾਣਗੇ। And we can say that these are those people that have opened their hearts to the Lord and accepted him as their savior and had the born again experience, and they're filled with the Spirit of the Lord. They will be lifted up.
ਜਿਹੜੇ ਰੂਹ ਦੇ ਵਿੱਚ ਤੱਤੇ ਨੇ, ਜਿਹੜੇ ਸਰੀਰਕ ਚੀਜ਼ਾਂ ਦੇ ਵਿੱਚ ਦਖਲ ਅੰਦਾਜ਼ ਨਹੀਂ ਕਰ ਰਹੇ, ਜਿਹੜੇ ਦੁਨੀਆ ਦੀਆਂ ਚੀਜ਼ਾਂ ਦੇ ਵਿੱਚ ਦਖਲ ਅੰਦਾਜ਼ ਨਹੀਂ ਕਰ ਰਹੇ, ਜਿਹੜੇ ਪਾਪ ਤੋਂ ਜਿਹੜੇ ਦੂਰ ਹੋ ਗਏ ਹੈਗੇ ਨੇ ਤੇ ਰੂਹ ਦੇ ਵਿੱਚ ਚੱਲ ਰਹੇ ਨੇ ਪਰਮੇਸ਼ਰ ਦੀ ਗਾਈਡੈਂਸ ਦੇ ਵਿੱਚ, ਉਹ ਚੱਕੇ ਜਾਣਗੇ. And the people who are not interfering in the worldly things and not interfering in other things, and they are strong and they are hot in the spirit, those will be the one lifted up. ਸੋ ਇਹ ਰੈਪਚਰ ਜਿਹੜੀ ਹੋ ਰਹੀ ਹੈਗੀ ਆ, ਇਹ ਬਿਆਨ ਕੀਤੀ ਗਈ ਹੈ ਬਾਈਬਲ ਵਿੱਚ, ਤੇ ਆਪਾਂ ਦੇਖਾਂਗੇ 1 ਥੈਸਲੋਨੀ ਦੇ ਵਿੱਚ ਚੈਪਟਰ 4 ਤੇ ਉਹਦਾ 16ਵਾਂ ਤੇ 17ਵਾਂ ਵਰਸ ਆਪਾਂ ਪੜਾਂਗੇ. ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ, ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ. ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ, ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ. ਹੁਣ ਜਿਹੜੇ ਪ੍ਰਭੂ ਯਿਸੂ ਮਸੀਹ 'ਚ ਮਰ ਚੁੱਕੇ ਹੈਗੇ ਨੇ, ਵਚਨ ਆਇਆ ਹੈ ਕਿ ਉਹ ਸਭ ਤੋਂ ਪਹਿਲਾਂ ਉਠਾ ਲਏ ਜਾਣਗੇ. And the ones who are sleeping in the Lord Jesus, the word says that they will be lifted up first. ਲੇਕਿਨ ਜਿਹੜੇ ਜਿਉਂਦੇ ਨੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਨੇ ਤੇ ਜਿਹੜੇ ਗਰਮ ਨੇ ਰੂਹ ਦੇ ਵਿੱਚ, ਉਹ ਉਠਾ ਲਏ ਜਾਣਗੇ. And the ones who are alive and they are hot in the spirit, they will be lifted up. ਲੇਕਿਨ ਯਾਦ ਰੱਖੋ ਕਿ ਜਿਹੜੇ ਕੋਸੇ ਨੇ ਉਹ ਪ੍ਰਭੂ ਆਪਣੇ ਮੂੰਹ ਦੇ ਵਿੱਚੋਂ ਉਗਲ ਦੇਵੇਗਾ, ਉਹ ਨਹੀਂ ਉਠਾ ਲਏ ਜਾਣਗੇ. And remember this, that the word says that the ones who are lukewarm, they will not be lifted up because God will spit them out of his mouth. ਇਹਦੇ ਵਿੱਚ ਵਿਸਤਾਰ ਦੇ ਨਾਲ ਆਪਾਂ ਥੋੜਾ ਹਟ ਕੇ ਦੇਖਦੇ ਹੈਗੇ ਆ, ਲੇਕਿਨ ਆਓ ਇੱਕ ਵਰਸ ਹੋਰ ਦੇਖੀਏ. We will see that in detail in a bit, but let's see another verse. 1 ਕੋਰਿੰਥੀਅਨ ਚੈਪਟਰ 15 ਵਰਸ 51 ਤੋਂ ਲੈ ਕੇ 52 ਦੇ ਵਿੱਚ ਦੇਖਾਂਗੇ ਆਪਾਂ. 1 Corinthians chapter 15 and verse 51 and 52 we'll read now. ਜੀ. ਵੇਖੋ ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਜੋ ਅਸੀਂ ਸਭੋ ਨਹੀਂ ਸੋਵਾਂਗੇ, ਪਰ ਸਭੋ ਛਿਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕਣ ਦੀ ਤੁਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ. ਤੁਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ. ਹੋਰ ਦੇ ਹੋਰ ਹੋ ਜਾਵਾਂਗੇ. ਜਿਹੜੇ ਪਵਿੱਤਰ ਆਤਮਾ ਦੇ ਵਿੱਚ, ਜਿਹੜੇ ਰੱਬ ਦੀ ਹਜ਼ੂਰੀ ਦੇ ਵਿੱਚ ਜਨਮ ਲੈ ਚੁੱਕੇ ਨੇ, ਜਿਹੜੇ ਗਰਮ ਨੇ ਰੂਹ ਦੇ ਵਿੱਚ, ਉਹ ਉਠਾ ਲਏ ਜਾਣਗੇ ਤੇ ਉਹਨਾਂ ਦੇ ਸਰੀਰ ਸੈਕਿੰਡ ਦੇ ਵਿੱਚ ਤੂਰੀ ਫੂਕੀ ਜਾਏਗੀ ਤੇ ਉਹਨਾਂ ਦੇ ਸਰੀਰ ਜਿਹੜੇ ਨੇ ਬਦਲ ਜਾਣਗੇ, ਰੈਸੂਰੈਕਟਡ ਸਰੀਰ ਬਣ ਜਾਣਗੇ. ਆਪਾਂ ਉਠਾ ਲਏ ਜਾਵਾਂਗੇ ਤੇ ਬਦਲਾਂ ਤੇ ਪ੍ਰਭੂ ਯਿਸੂ ਨਾਲ ਮੁਲਾਕਾਤ ਹੋਏਗੀ. And at that time the trumpet will be blown, and the ones there are the ones we are going with the Lord, our bodies will be transformed and we will be lifted up. ਲੇਕਿਨ ਸਿਰਫ ਉਹੀ ਉਠਾਏ ਜਾਣਗੇ ਜਿਹੜੇ ਗਰਮ ਨੇ ਰੂਹ ਦੇ ਵਿੱਚ. And only those will be lifted up who are hot in spirit. ਸਾਰੇ ਨਹੀਂ ਉਠਾਏ ਜਾਣਗੇ, ਸਿਰਫ ਗਰਮ ਜਿਹੜੇ ਨੇ ਰੂਹ ਚ ਉਠਾਏ ਜਾਣਗੇ. Not all will be lifted up, only the ones who are hot in the spirit. ਜਿਹੜੇ ਕੋਸੇ ਨੇ ਪ੍ਰਭੂ ਦੇ ਵਿੱਚ, ਉਹ ਛੱਡ ਦਿੱਤੇ ਜਾਣਗੇ. And the ones who are lukewarm, they will be left behind. ਦੇਖੋ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ. ਲੂਕ 12:40 ਦੇ ਵਿੱਚ ਪ੍ਰਭੂ ਆਪਾਂ ਨੂੰ ਦਲੇਰੀ ਦਿੰਦਾ ਹੈ ਤੇ ਦਿਲਾਸਾ ਦਿੰਦਾ ਆ ਤੇ ਇਨਕਰੇਜ ਕਰਦਾ ਹੈ ਕਿ ਤੁਸੀਂ ਹਮੇਸ਼ਾ ਤਿਆਰ ਰਹਿਣਾ ਹੈ. And the word of God in Luke 12 verse 40, the word of God says that the God is giving us encouragement that yes, we have to always be ready. ਹੁਣ ਸ਼ਾਇਦ ਮੈਨੂੰ ਕੋਈ ਸਵਾਲ ਕਰਦਾ ਹੈ ਕਿ ਪਾਸਟਰ ਜੀ ਅਸੀਂ ਕਿੱਦਾਂ ਗਰਮ ਰਹਿਣਾ ਹੈ ਪ੍ਰਭੂ ਦੇ ਵਿੱਚ, ਕਿੱਦਾਂ ਰੂਹ ਦੇ ਵਿੱਚ ਗਰਮ ਰਹਿਣਾ ਹੈ? ਤੇ ਇਹ ਗੱਲਾਂ ਜਾਣਨ ਵਾਸਤੇ ਆਪਣੇ ਦਿਲਾਂ ਨੂੰ ਤਿਆਰ ਕਰੋ ਪ੍ਰਭੂ ਤੇ ਬਣੋ. ਸਭ ਤੋਂ ਪਹਿਲਾਂ ਹਮੇਸ਼ਾ ਤਿਆਰ ਰਹੀਏ, ਵਚਨ ਆਖਦਾ ਹੈ. And some people might say, Pastor Ji, like, so what is the way how we can always be hot? So the word of God tells us to be ready all the time. That's the first step. Luke chapter 12 verse 40. ਜੀ. ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਸ ਘੜੀ ਤੁਹਾਨੂੰ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤਰ ਆ ਜਾਵੇਗਾ. ਵਚਨ ਹੈ ਕਿ ਤੁਸੀਂ ਤਿਆਰ ਰਹੋ, ਕਿਉਂਕਿ ਮਨੁੱਖ ਦਾ ਪੁੱਤਰ ਕਿਸੇ ਸਮੇਂ ਵੀ ਆ ਸਕਦਾ. ਤੁਸੀਂ ਸੋਚੋਗੇ ਮੈਨੇ ਵੇਲੇ ਹੁਣ ਆ ਜਾਊਗਾ, ਉਹਨੇ ਆ ਜਾਣਾ ਹੈ. And the word of God says that you must always be ready because the Son of Man will come at an hour when you do not expect him. ਪਰਮੇਸ਼ਰ ਦਾ ਵਚਨ ਆਪਾਂ ਨੂੰ ਇਹ ਵੀ ਦੱਸਦਾ ਹੈਗਾ ਪ੍ਰਭੂ ਤੇ ਭੈਣੋ ਕਿ ਜਿਹੜਾ ਇਨੋਕ ਸੀਗਾ ਉਹ ਵੀ ਉਠਾ ਲਿਆ ਗਿਆ ਸੀਗਾ, ਉਹਦੀ ਵੀ ਰੈਪਚਰ ਹੋ ਗਈ ਸੀਗੀ ਬਾਈਬਲ ਵਿੱਚ. ਤੇ ਜਿਸ ਤਰ੍ਹਾਂ ਉਹਦੀ ਰੈਪਚਰ ਹੋਈ ਸੀ ਬਾਈਬਲ ਵਿੱਚ, ਤੋਂ ਸਾਨੂੰ ਇੱਕ ਸਿੱਖਿਆ ਦਿੰਦਾ ਆ ਤੇ ਮੇਰੇ ਖਿਆਲ ਉਹੀ ਸਿੱਖਿਆ ਸਾਨੂੰ ਵੀ ਲੈਣੀ ਚਾਹੀਦੀ ਹੈ. And we know that Enoch was being lifted up and he had like the rapture took place for him, so he lifted up. So whatever we learn from him, we should always keep in mind. ਆਓ ਪੜਾਂਗੇ ਬਾਈਬਲ ਵਿੱਚੋਂ. Let's read the word.
ਜੈਨੇਸਿਸ ਚੈਪਟਰ 5 ਵਰਸ 21 to 24 ਦੇਖਾਂਗੇ ਆਪਾਂ। ਉਤਪਤੀ ਕਿਤਾਬ ਉਹਦਾ 5ਵਾਂ ਚੈਪਟਰ ਤੇ 21 ਤੋਂ ਲੈ ਕੇ 24 ਤੱਕ ਪੜਾਂਗੇ। Amen. ਜੀ। ਅਨੋਕ 65 ਵਰਿਆਂ ਦਾ ਸੀ ਤਾਂ ਉਸ ਤੋਂ ਮਥੂਸਲਾ ਜੰਮਿਆ ਅਤੇ ਮਥੂਸਲਾ ਦੇ ਜੰਮਣ ਦੇ ਪਿੱਛੋਂ ਅਨੋਕ 300 ਵਰਿਆਂ ਤੀਕ ਪਰਮੇਸ਼ਰ ਦੇ ਸੰਗ ਚੱਲਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਹਨੋਕ ਦੀ ਸਾਰੀ ਉਮਰ 365 ਵਰਿਆਂ ਦੀ ਸੀ। ਹਨੋਕ ਪਰਮੇਸ਼ਰ ਦੇ ਸੰਗ ਚੱਲਦਾ ਚੱਲਦਾ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ਰ ਨੇ ਉਸ ਨੂੰ ਲੈ ਲਿਆ। ਹਾਂ, ਪਰਮੇਸ਼ਰ ਨੇ ਉਹਨੂੰ ਲੈ ਲਿਆ, ਉਹਦੀ ਰੈਪਚਰ ਹੋ ਗਈ। ਕਿਉਂ? ਕਿਉਂਕਿ ਪਰਮੇਸ਼ਰ ਦੇ ਨਾਲ ਨਾਲ ਚੱਲਿਆ। And yes, the word of God says that God took him away. Why? Because he faithfully walked with God. ਸੋ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਹੜੇ ਗਰਮ ਨੇ ਰੂਹ ਦੇ ਵਿੱਚ ਉਹ ਪਰਮੇਸ਼ਰ ਦੇ ਨਾਲ ਨਾਲ ਚੱਲਣਗੇ। And we can see the ones who are hot in the spirit, they will faithfully walk with the God. ਤਾਂ ਹੀ ਬਾਰ-ਬਾਰ ਪਵਿੱਤਰ ਆਤਮਾ ਸਾਨੂੰ ਇਨਕਰੇਜ ਕਰਦਾ ਹੈ, ਸਾਨੂੰ ਰੂਹ ਦੇ ਵਿੱਚ ਚੱਲਣਾ ਸਿਖਾਉਂਦਾ ਹੈ। And that's why the Holy Spirit encourages us again and again and teaches us how to walk with the Spirit. ਸੋ ਰੂਹ ਦੇ ਵਿੱਚ ਗਰਮ ਰਹਿਣਾ ਹੈ। And we have to stay hot in the Spirit. ਆਪਣੇ ਆਪ ਨੂੰ ਪ੍ਰਪੇਅਰ ਬਣਾ ਕੇ ਰੱਖਣਾ ਹੈ। And we have to be always ready. ਰੱਬ ਦੇ ਨਾਲ ਨਾਲ ਚੱਲਣਾ ਹੈ, ਪਾਕ ਰੂਹ ਦੇ ਨਾਲ ਨਾਲ ਚੱਲਣਾ ਹੈ। And we have to walk with God. We have to walk with the Holy Spirit always. ਤੇ ਵਚਨ ਆਇਦਾ ਕਿ ਤੂਰੀ ਫੂਕੀ ਜਾਵੇਗੀ। And the word of God says that the trumpet will be blown. ਜਿਹੜੇ ਤੂਰੀ ਦੀ ਆਵਾਜ਼ ਨੂੰ ਸੁਣ ਲੈਣਗੇ ਉਠਾ ਲੈ ਜਾਣਗੇ। And the ones who will be able to hear the voice of the trumpet, they will be lifted up. ਜਿਹਦਾ ਮਤਲਬ ਆ ਕਿ ਆਪਣੇ ਕੰਨ ਜਿਹੜੇ ਨੇ ਰੂਹਾਨੀ ਕੰਨ ਹੈਗੇ ਨੇ ਉਹ ਤੇਜ਼ ਰੱਖਣੇ ਨੇ ਤਾਂ ਕਿ ਰੂਹ ਦੀ ਆਵਾਜ਼ ਨੂੰ ਆਪਾਂ ਸੁਣ ਸਕੀਏ। And that means that our spiritual ears, we have to have them ready so we can hear the Spirit's voice. ਤਾਂ ਹੀ ਵਚਨ ਆਖਦਾ ਹੈ ਕਿ ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਨਾਲ ਹੋਵੇ ਤਾਂ ਕਿ ਪਵਿੱਤਰ ਆਤਮਾ ਦੀ ਆਵਾਜ਼ ਲਗਾਤਾਰ ਸੁਣਨ ਦੀ ਪ੍ਰੈਕਟਿਸ ਕਰੀਏ, ਕੋਸ਼ਿਸ਼ ਕਰੀਏ। ਰੱਬ ਦੇ ਨਾਲ ਜਦੋਂ ਪ੍ਰੇਅਰ ਕਰਦੇ ਹਾਂ ਰੱਬ ਦੀ ਆਵਾਜ਼ ਸੁਣਨੀ ਕਿੰਨੀ ਜ਼ਰੂਰੀ ਹੈ। ਪ੍ਰਭੂ ਨੇ ਆਖਿਆ ਸੀਗਾ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਨੇ ਤੇ ਮੇਰੇ ਪਿੱਛੇ ਪਿੱਛੇ ਚੱਲਦੀਆਂ ਨੇ। And that's why the word of God says that always have fellowship with the Holy Spirit so that we can get ready, we can get used to hearing his voice, because when the day comes we can hear his voice just like the sheep hear the voice of the shepherds. ਸਾਰੀ ਬਾਈਬਲ ਵਿੱਚ In all the whole Bible, ਤਕਰੀਬਨ 7 ਗਰੁੱਪ ਇਦਾਂ ਦੇ ਨੇ ਜਿਹੜੇ ਉਠਾਏ ਗਏ ਨੇ। and pretty much there were 7 groups that they were lifted up. ਉਹਨਾਂ 7 ਦੇ ਵਿੱਚ ਖਾਸੀਅਤਾਂ ਆਹ ਪਾਈ ਜਾਂਦੀਆਂ ਸੀਗੀਆਂ। ਪਹਿਲੇ ਨੰਬਰ ਤੇ ਉਹ ਗਰਮ ਸੀਗੇ ਰੂਹ ਦੇ ਵਿੱਚ। And these were the specialties on those 7 groups, that first of all they were all hot in the spirit. ਦੂਸਰੇ ਨੰਬਰ ਤੇ ਉਹ ਆਪਣੇ ਆਪ ਨੂੰ ਤਿਆਰ ਬਣਾਈ ਰੱਖੇ ਸੀ, ਉਹ ਤਿਆਰ ਸੀਗੇ ਬਿਲਕੁਲ। And the second thing is they were always ready. ਉਹ ਰੱਬ ਦੇ ਨਾਲ ਨਾਲ ਚੱਲ ਰਹੇ ਸੀ। And they were walking with God. ਉਹ ਰੱਬ ਦੀ ਆਵਾਜ਼ ਨੂੰ ਸੁਣਦੇ ਸੀ। And they were hearing the voice of God. ਆਹ ਚਾਰੋਂ ਚੀਜ਼ਾਂ ਉਹਨਾਂ 7 ਗਰੁੱਪਾਂ ਦੇ ਵਿੱਚ ਆਉਂਦੀਆਂ। 7 ਰੈਪਚਰਸ ਹੋਈਆਂ ਨੇ ਸਾਰੀ ਬਾਈਬਲ ਵਿੱਚ। And the 7 raptures that took place in the Bible, and these things were with all of them always. ਸਭ ਤੋਂ ਪਹਿਲੇ ਨੰਬਰ ਤੇ ਤੁਹਾਨੂੰ ਪਤਾ ਹੈ ਕਿ ਸਾਡੇ ਪ੍ਰਭੂ ਯਿਸੂ ਮਸੀਹ ਖੁਦ ਪਹਿਲਾਂ ਉਠਾ ਲਏ ਗਏ। ਬਚਨ ਆਖਦਾ ਕਿ ਮਰਨ ਤੋਂ 3 ਦਿਨ ਬਾਅਦ ਉਹ ਉਠਾ ਲਏ ਗਏ, ਜਿਉਂਦੇ ਹੋ ਗਏ। ਜਿਉਂਦੇ ਹੋਣ ਤੋਂ 40 ਦਿਨ ਬਾਅਦ ਯਾਨੀ ਕਿ ਕ੍ਰਾਸ ਤੋਂ 50 ਦਿਨ ਬਾਅਦ ਉਹ ਸਵਰਗ ਨੂੰ ਉਠਾ ਲਏ ਗਏ। ਉਹਨਾਂ ਦੀ ਵੀ ਰੈਪਚਰ ਹੋ ਗਈ ਸੀ, ਉਸੇ ਸਰੀਰ ਦੇ ਵਿੱਚ ਉਠਾ ਲਏ ਗਏ ਸੀਗੇ ਸਵਰਗ ਦੇ ਵਿੱਚ। And as we know, Lord Jesus Christ, after 3 days he was lifted up, he was raised from the dead, and after that the 50 days after the crucifixion that he was lifted up, the rapture took place in his body as well. ਲੇਕਿਨ ਬਚਨ ਆਖਦਾ ਕਿ ਜਦੋਂ ਪ੍ਰਭੂ ਯਿਸੂ ਮਸੀਹ ਸਵਰਗ ਨੂੰ ਉਠਾ ਲਏ ਗਏ, ਉਹ ਇਕੱਲੇ ਨਹੀਂ ਉਠਾਏ ਗਏ। ਜਦੋਂ ਬਚਨ ਕਹਿੰਦਾ ਕਿ ਕਬਰਾਂ ਖੁੱਲੀਆਂ, ਉੱਥੇ ਜਿਹੜੇ ਪੁਰਾਣੇ ਨੇਮ ਦੇ ਸੰਤ ਜਿਹੜੇ ਨੇ ਹਜੇ ਰੀਸੈਂਟਲੀ ਮਰੇ ਸੀਗੇ ਉਹ ਕਬਰਾਂ ਵੀ ਖੁੱਲ ਗਈਆਂ ਸੀ ਤੇ ਉਹ ਵੀ ਉਠਾ ਲਏ ਗਏ ਸੀਗੇ। And the word of God tells us when Lord Jesus was lifted up, he wasn't alone. In the Old Testament, those saints that they were in the tombs there, they were also lifted up. ਸੋ ਤੀਸਰੇ ਨੰਬਰ ਤੇ And number 3, ਸੋ ਪਹਿਲੇ ਨੰਬਰ ਤੇ ਪ੍ਰਭੂ ਯਿਸੂ ਮਸੀਹ, ਦੂਸਰੇ ਨੰਬਰ ਤੇ ਜਿਹੜੇ ਸੰਤ ਪੁਰਾਣੇ ਨੇਮ ਦੇ ਕੁਝ ਰੀਸੈਂਟਲੀ ਮਰੇ ਸੀਗੇ ਉਹ, ਤੇ ਤੀਸਰੇ ਨੰਬਰ ਤੇ ਵਚਨ ਆਖਦਾ ਹੈ ਕਿ ਚਰਚ ਜਿਹੜਾ ਆ ਉਹ ਵੀ ਉਠਾ ਲਿਆ ਜਾਏਗਾ, ਉਹਦੀ ਰੈਪਚਰ ਹੋਏਗੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਰੈਵਲੇਸ਼ਨ ਚੈਪਟਰ 4 ਵਰਸ 1 ਦੇ ਵਿੱਚ ਰੈਪਚਰ ਹੋ ਰਹੀ ਹੈ। and as we talked in Revelation chapter 4 verse 1, the rapture is taking place, though that is the church of Jesus Christ that's going to be lifted up.
ਸੋ ਉਹ ਤੋਂ ਬਾਅਦ ਪ੍ਰਭੂ ਦੇ ਕਹਿੰਦੇ ਚੌਥੇ ਨੰਬਰ ਤੇ 144,000 ਯਹੂਦੀ ਜਿਹੜੇ ਹੋਣਗੇ ਰੈਪਚਰ ਤੋਂ ਬਾਅਦ 144,000 ਯਹੂਦੀ ਅਨੋਇੰਟ ਕੀਤੇ ਜਾਣਗੇ ਜਿਨ੍ਹਾਂ ਨੇ ਪ੍ਰਚਾਰ ਕਰਨਾ ਹੈ ਸਾਰੀ ਦੁਨੀਆ ਦੇ ਵਿੱਚ। ਇੱਕ ਸਮਾਂ ਆਵੇਗਾ ਕਿ ਉਹਨਾਂ ਦੀ ਰੈਪਚਰ ਵੀ ਹੋ ਜਾਏਗੀ ਤੇ ਉਹ ਵੀ ਉਠਾ ਲਏ ਜਾਣਗੇ। And after that, 144,000 Jewish people that they will preach the gospel all around the world, they will also be lifted up. ਪੰਜਵੇਂ ਨੰਬਰ ਤੇ And number 5, ਜਦੋਂ ਚਰਚ ਉਠਾ ਲਿਆ ਜਾਵੇਗਾ when the church will be lifted up, ਫਿਰ ਜਿਹੜੇ 7 ਸਾਲ ਦਾ ਜਿਹੜਾ ਟ੍ਰਿਬੂਲੇਸ਼ਨ ਦਾ ਟਾਈਮ ਆਵੇਗਾ 7 ਸਾਲ ਦਾ, ਉਹ 7 ਸਾਲਾਂ 'ਚ ਬਹੁਤ ਸਾਰੇ ਲੋਕ ਆਪਣਾ ਦਿਲ ਪ੍ਰਭੂ ਯਿਸੂ ਮਸੀਹ ਨੂੰ ਦੇਣਗੇ। ਵਚਨ ਆਖਦਾ ਕਿ ਉਹ ਪ੍ਰਭੂ ਦੇ ਵਾਸਤੇ ਮਾਰੇ ਜਾਣਗੇ ਤੇ ਉਹਨਾਂ ਦੀ ਰੈਪਚਰ ਹੋਏਗੀ ਤੇ ਉਹ ਵੀ ਉਠਾ ਲਏ ਜਾਣਗੇ। and then after that, when the church, after that, the 7 years that's going to take place, there will the people who will give their hearts to Lord Jesus, and after that, the rapture time will come and they will be lifted up too. ਸੋ ਜਾਣੀ ਕਿ 7 ਸਾਲਾਂ ਵਿੱਚ ਜਿਹੜੇ ਟ੍ਰਿਬੂਲੇਸ਼ਨਲ ਸੇਂਟਸ ਹੈਗੇ ਨੇ ਉਹ ਵੀ ਮਰਨਗੇ ਤੇ ਉਠਾ ਲਏ ਜਾਣਗੇ, ਬਚਾਏ ਜਾਣਗੇ ਤੇ ਉਹਨਾਂ ਦੀ ਵੀ ਰੈਪਚਰ ਹੋਵੇਗੀ। So in those 7 years, all those tribulational saints that will go through tribulations and they will stand still, they will die and they will be also lifted up in the rapture time. ਪ੍ਰਭੂ ਦਾ ਵਚਨ ਆਖਦਾ ਹੈ ਕਿ ਇੰਨਾ ਹੀ ਗ੍ਰੇਟ ਟ੍ਰਿਬੂਲੇਸ਼ਨ ਦੇ ਵਿੱਚ ਇਹ 7 ਸਾਲਾਂ ਦੇ ਵਿੱਚ ਹੀ ਦੋ ਗਵਾਹ ਆਣਗੇ ਜਿਹੜੇ ਮੂਸਾ ਤੇ ਏਲਾਈਜਾ ਹੋਣਗੇ, ਉਹ ਵੀ ਮਾਰੇ ਜਾਣਗੇ ਤੇ ਉਠਾ ਲਏ ਜਾਣਗੇ, ਉਹਨਾਂ ਦੀ ਵੀ ਰੈਪਚਰ ਹੋ ਜਾਵੇਗੀ। And then after that, in that time period, there will be 2 witnesses that will come, who will be Elijah and Moses. They will also be lifted up the rapture at that time. ਸੋ ਇਹੀ ਕਾਰਨ ਹੈਗਾ ਕਿ ਏਲਾਈਜਾ ਤੇ ਮੋਸੇਸ ਜਿਹੜੇ ਸੀਗੇ, ਮੂਸਾ ਸੀਗਾ, ਏਲਾਈਜਾ ਤੇ ਮੂਸਾ ਸੀਗੇ, ਇਹ ਮਰੇ ਨਹੀਂ ਸੀਗੇ। ਏਲਾਈਜਾ ਜਿਹੜਾ ਸੀ ਉਹ ਜਿਉਂਦਾ ਹੀ ਉਠਾ ਲਿਆ ਗਿਆ ਸੀਗਾ, ਤੁਹਾਨੂੰ ਯਾਦ ਹੋਣਾ ਹੈ। And you probably remember that Elijah was lifted up alive at the time in the Old Testament we see. ਜਿਹੜਾ ਮੂਸਾ ਸੀਗਾ ਉਹ ਵੀ ਜ਼ਿੰਦਾ ਉਠਾ ਲਿਆ ਗਿਆ ਸੀਗਾ। And Moses as well, he was lifted up alive. ਹੁਣ ਤੁਸੀਂ ਕਹੋਗੇ ਬਸ ਜੀ ਮੂਸਾ ਤਾਂ ਮਰ ਗਿਆ ਸੀਗਾ। And you will say Moses was dead. ਬਿਲਕੁਲ ਮੂਸਾ ਮਰ ਗਿਆ ਸੀਗਾ। He- ਮਰਨ ਤੋਂ ਬਾਅਦ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਇੱਕ ਦੂਤ ਆ ਕੇ ਮੂਸਾ ਦੇ ਸਰੀਰ ਦੇ ਨਾਲ, ਸ਼ੈਤਾਨ ਜਿਹੜਾ ਆ ਉਹ ਮੂਸਾ ਦੇ ਸਰੀਰ ਦੇ ਨਾਲ ਝਗੜ ਰਿਹਾ ਸੀਗਾ, ਯਾਨੀ ਕਿ ਦੂਤ ਆ ਕੇ ਮੂਸਾ ਦੇ ਸਰੀਰ ਨੂੰ ਸਵਰਗ ਨੂੰ ਲੈ ਜਾਂਦਾ ਹੈ। And at the time, you probably know this, that at the time the one angel was there, he was fighting against devil to take Moses' body, and he takes Moses' body to heaven. ਹੁਣ ਤੁਸੀਂ ਕਹੋ ਪਾਸੇ ਮੂਸਾ ਤਾਂ ਮਰ ਗਿਆ ਸੀਗਾ ਵਚਨ ਆਖਦਾ ਹੈ, ਬਿਲਕੁਲ ਆਖਦਾ ਹੈ, ਲੇਕਿਨ ਤੁਸੀਂ ਮੈਨੂੰ ਦੱਸੋ ਕਿ ਮੌਤ ਸਵਰਗ ਵਿੱਚ ਜਾ ਸਕਦੀ ਹੈ? And then you said that Moses died, but if we tell me the truth, like the death cannot go in heaven. ਜਦੋਂ ਉਸ ਦੂਤ ਨੇ ਮੂਸੇ ਦੇ ਸਰੀਰ ਨੂੰ ਫੜਿਆ ਤੇ ਉੱਪਰ ਨੂੰ ਲੈ ਕੇ ਜਾਣ ਲੱਗਿਆ, ਮੌਤ ਸਵਰਗ 'ਚ ਨਹੀਂ ਜਾ ਸਕਦੀ, ਮੌਤ ਸਰੀਰ 'ਚੋਂ ਛਾਲ ਮਾਰ ਕੇ ਬਾਹਰ ਨਿਕਲਿਆ ਤੇ ਮੂਸਾ ਜਿਉਂਦਾ ਹੋ ਗਿਆ ਤੇ ਸਵਰਗ 'ਚ ਗਿਆ। ਤਾਂ ਹੀ ਮੂਸਾ ਤੇ ਏਲਾਈਜਾ ਟ੍ਰਾਂਸਫਿਗੂਰੇਸ਼ਨ ਮਾਊਂਟ ਤੇ ਪ੍ਰਭੂ ਯਿਸੂ ਮਸੀਹ ਨੂੰ ਦਰਸ਼ਨ ਦੇਣ ਵਾਸਤੇ ਪ੍ਰਗਟ ਹੋਏ ਸੀ। And when the angel was taking Moses' body, and at that time the death left Moses' body because he could not go in heaven, and he was back in his life, and that's why at the Mount of Transfiguration, Moses and Elijah, they appeared to Lord Jesus. ਹੁਣ ਕਈ ਲੋਕ ਸਵਾਲ ਕਰਦੇ ਨੇ ਕਿ ਪਾਸੇ ਜੀ ਇਨੋਕ ਦਾ ਕੀ ਹੋਊਗਾ? ਇਨੋਕ ਵੀ ਤਾਂ ਮੁਰਦਿਆਂ ਤੋਂ ਜੀ ਉੱਠਿਆ ਸੀਗਾ, ਇਨੋਕ ਨੇ ਨਹੀਂ ਆਣਾ ਵਾਪਸ ਮਰਨ ਵਾਸਤੇ। ਨਹੀਂ, ਇਨੋਕ ਮਰਨ ਵਾਪਸ ਨਹੀਂ ਆਏਗਾ, ਕਿਉਂਕਿ ਇਨੋਕ ਨੇ ਆਪਣੀ ਗਵਾਹੀ ਦੇ ਨਾਲ ਐਸਾ ਪਰਮੇਸ਼ਰ ਨੂੰ ਪ੍ਰਸੰਨ ਕੀਤਾ ਸੀਗਾ ਤੇ ਪਰਮੇਸ਼ਰ ਨੇ ਉਹਨੂੰ ਇੱਕ ਖਾਸ ਦਾਤ ਦਿੱਤੀ ਸੀ ਕਿ ਉਹ ਮੌਤ ਨੂੰ ਕਦੇ ਨਹੀਂ ਦੇਖੇਗਾ, ਯਾਨੀ ਕਿ ਇਨੋਕ ਕਦੇ ਨਹੀਂ ਮਰੇਗਾ। And Enoch, if we see that, he was also taken alive, will he not come back? But no, with his testimony, he had made God so pleased God was so pleased by him that God gave him this blessing that he will never die. So he will just stay there because he will never die. ਸੋ ਆਖਰ ਦੇ ਵਿੱਚ ਜਾ ਕੇ ਜਿਹੜੇ ਓਲਡ ਟੈਸਟਾਮੈਂਟ ਦੇ ਪੁਰਾਣੇ ਸੇਂਟਸ ਜਿਹੜੇ ਸੁੱਤੇ ਪਏ ਨੇ ਉਹ ਵੀ ਉਠਾ ਲਏ ਜਾਣਗੇ ਤੇ ਉਹ ਵੀ ਚੱਕ ਲਏ ਜਾਣਗੇ ਸਵਰਗ ਦੇ ਵਿੱਚ। ਉਹ ਕਹਿ ਲਓ ਤੁਸੀਂ, ਇਹ ਵੀ ਜਦੋਂ ਸਵਰਗ ਨੂੰ ਚੜ ਜਾਣਗੇ ਤੇ ਇਹ ਵੀ ਇੱਕ ਰੈਪਚਰ ਹੈਗੀ ਆ ਜਿਹੜੀ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਇਹਦੇ ਬਾਰੇ। And then again in number 7, those Old Testament saints that they were sleeping, and they will also be lifted up in rapture, that it is written in the Word of God. ਹੁਣ ਜਿਹੜੀਆਂ 7 ਕੈਟਾਗਰੀਆਂ ਆਪਾਂ ਦੇਖੀਆਂ ਨਾ, 7 ਕੈਟਾਗਰੀਆਂ ਜਿਹੜੇ 7 ਰੈਪਚਰਸ ਜਿਹੜੀਆਂ ਹੋਣੀਆਂ ਨੇ ਬਾਈਬਲ ਦੇ ਵਿੱਚ,
ਇਹਨਾਂ ਦੇ ਵਿੱਚ ਚਰਚ ਵੀ ਓਬਵੀਅਸਲੀ ਉਠਾਇਆ ਗਿਆ। ਸੋ ਇਹਨਾਂ ਦੇ ਵਿੱਚ ਇਹੀ 4 ਖਾਸੀਅਤਾਂ ਪਾਈਆਂ ਜਾਂਦੀਆਂ ਹੈਗੀਆਂ ਨੇ। ਪਹਿਲੇ ਨੰਬਰ ਤੇ ਉਹ ਪ੍ਰਪੇਅਰ ਰੱਖਿਆ ਸੀ, ਪਹਿਲੇ ਨੰਬਰ ਤੇ ਉਹ ਗਰਮ ਸੀ ਰੂਹ ਦੇ ਵਿੱਚ, ਦੂਸਰੇ ਨੰਬਰ ਤੇ ਉਹਨਾਂ ਨੇ ਆਪਣੇ ਆਪ ਨੂੰ ਪ੍ਰਪੇਅਰ ਰੱਖਿਆ ਸੀ, ਤੀਸਰੇ ਨੰਬਰ ਤੇ ਉਹ ਰੱਬ ਦੇ ਨਾਲ ਚੱਲਦੇ ਸੀ, ਤੇ ਚੌਥੇ ਨੰਬਰ ਤੇ ਉਹ ਪਰਮੇਸ਼ਰ ਦੀ ਆਵਾਜ਼ ਨੂੰ ਲਗਾਤਾਰ ਸੁਣਦੇ ਸੀ। ਇਹ ਖਾਸੀਅਤਾਂ ਸੀਗੀਆਂ ਉਹਨਾਂ ਦੇ ਵਿੱਚ, ਤਾਂ ਹੀ ਉਠਾ ਲਏ ਗਏ ਸੀ। And all these 7 different groups or people that we see that they were lifted up, and that those 4 specialties were in there. First thing is that they were hot in the spirit, and then they were always ready, and number 3 they were walking with God always, and number 4 they were hearing God's voice. ਇੱਕ ਵਰਸ ਵਿੱਚ ਲਿਖਿਆ, ਕਹਿੰਦਾ ਕਾਸ਼ ਕਹਿੰਦਾ ਤੂੰ ਗਰਮ ਹੁੰਦਾ ਜਾਂ ਕਾਸ਼ ਤੂੰ ਠੰਡਾ ਹੁੰਦਾ। ਜੇ ਤੂੰ ਗਰਮ ਹੁੰਦਾ ਤੇ ਤੂੰ ਠੰਡਾ ਹੁੰਦਾ ਤਾਂ ਠੀਕ ਆ, ਲੇਕਿਨ ਤੂੰ ਕਹਿੰਦਾ ਕੋਸਾ ਆ ਤਾਂ ਕਰਕੇ ਮੈਂ ਆਪਣੇ ਮੂੰਹ 'ਚ ਤੈਨੂੰ ਉਗਲ ਲਿਆ। And that verse says in Revelation that I wish you were hot, or I wish you were cold, but you're not hot or cold, you're lukewarm. That's why I'm going to spit you out of my mouth. ਤਾਂ ਹੁਣ ਤੁਸੀਂ ਬਸ ਜੀ ਮੈਨੂੰ ਕਹੋਗੇ ਬਸ ਜੀ ਜੇ ਤਾਂ ਅਸੀਂ ਗਰਮ ਹੈਗੇ ਤਾਂ ਕਹਿੰਦਾ ਚੰਗਾ ਹੁੰਦਾ ਬਚਨ ਹੁੰਦਾ। ਜਿਹੜੇ ਕੋਸੇ ਸੀਗੇ ਵਿਚਾਰੇ ਉਹ ਵੀ ਪਰਮੇਸ਼ਰ ਨੇ ਉਗਲ ਦਿੱਤੇ ਮੂੰਹ ਦੇ ਵਿੱਚੋਂ। ਹੁਣ ਠੰਡੇ ਦਾ ਕੋਈ ਨੰਬਰ ਹੀ ਨਹੀਂ ਲੱਗ ਰਿਹਾ ਇੱਥੇ, ਲੇਕਿਨ ਵਚਨ ਚਾਹ ਤੋਂ ਲਿਖਿਆ ਵੀ ਚੰਗਾ ਹੁੰਦਾ ਵੀ ਜੇ ਤੂੰ ਠੰਡਾ ਵੀ ਹੁੰਦਾ। And in the word of God you're going to say, Pastor Ji, well, okay, if you're hot that's great because you are going to be lifted up, but if you're lukewarm, well, they won't be lifted up, so we know that. But then what about the cold? We didn't talk about the cold. What's going to happen to the cold? ਜਦੋਂ ਠੰਡੇ ਦੀ ਗੱਲ ਹੋ ਰਹੀ ਆ, ਇੱਥੇ ਨੌਨ ਬਲੀਵਰ ਦੀ ਗੱਲ ਹੋ ਰਹੀ ਆ, ਯਾਨੀ ਕਿ ਅਨਬਲੀਵਰ ਦੀ, ਜਿਹੜਾ ਪ੍ਰਭੂ ਦੇ ਵਿੱਚ ਵਿਸ਼ਵਾਸੀ ਨਹੀਂਗਾ। And when we talk about cold, we are talking about those people who are non-believers, who do not believe yet, haven't opened their hearts to Lord Jesus yet. ਯਾਨੀ ਕਿ ਜਿਹਨੇ born again experience ਲਿਆ ਨਹੀਂਗਾ, and who don't have the born again experience yet. ਯਾਨੀ ਕਿ ਜਿਹਨੂੰ ਪ੍ਰਭੂ ਯਿਸੂ ਮਸੀਹ ਦਾ ਵਚਨ ਪੂਰਨ ਤੌਰ ਤੇ ਨਹੀਂ ਸੁਣਾਇਆ ਗਿਆ, ਨਹੀਂ ਉਹਨੂੰ ਐਕਸਪਲੇਨ ਕੀਤਾ ਗਿਆ, ਤੇ ਉਹਨੇ ਪ੍ਰਭੂ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਨਹੀਂ ਕੀਤਾ। And meaning that the people who haven't heard the gospel yet, and they haven't opened their hearts to Lord Jesus as their savior. ਵਚਨ ਕਹਿੰਦਾ ਜੇ ਚੰਗਾ ਹੁੰਦਾ ਜੇ ਤੂੰ ਗਰਮ ਹੁੰਦਾ ਤੇ ਚੰਗਾ ਹੁੰਦਾ ਜੇ ਤੂੰ ਠੰਡਾ ਹੁੰਦਾ। ਹਾਂ, ਜੇ ਗਰਮ ਹੁੰਦਾ ਤਾਂ ਰੈਪਚਰ ਹੋ ਗਈ, ਤੇਰਾ ਚੱਕਿਆ ਜਾਏਗਾ, ਲੇਕਿਨ ਜੇ ਠੰਡਾ ਹੁੰਦਾ ਫਿਰ ਚੰਗਾ ਕਾਹਤੋਂ ਹੁੰਦਾ? ਜੇ ਠੰਡਾ ਹੁੰਦਾ ਤਾਂ ਵੀ ਤੇਰੇ ਕੋਲੇ ਪੋਸਿਬਿਲਿਟੀ ਹੈ ਬਚਣ ਦੀ। And that the word of God says it would have been good if you're hot or cold, because the hot's going to be lifted up, and if you're cold, why is it then good? Because then you still have a possibility of salvation. ਬਚਨ ਆਖਦਾ ਆ ਕਿ ਜਿਹੜੇ ਠੰਡੇ ਨੇ, ਜਿਨ੍ਹਾਂ ਨੇ ਕਦੇ ਵੀ ਪ੍ਰਭੂ ਦਾ ਨਾਮ ਨਹੀਂ ਸੁਣਿਆ, 7 ਸਾਲਾਂ ਦੇ ਵਿੱਚ ਉਹਨੂੰ ਚਰਚ ਚੱਕਿਆ ਗਿਆ। 7 ਸਾਲ ਜਿਹੜੇ ਟ੍ਰਿਬੂਲੇਸ਼ਨ ਦਾ ਸਮਾਂ ਆ, ਉਹਨਾਂ 7 ਸਾਲਾਂ ਦੇ ਵਿੱਚ ਉਹਨਾਂ ਨੂੰ, ਜਿਨ੍ਹਾਂ ਨੇ ਕਦੇ ਵੀ ਪ੍ਰਭੂ ਦਾ ਵਚਨ ਪੂਰਨ ਤੌਰ ਤੇ ਨਹੀਂ ਸੁਣਿਆ, ਉਹਨਾਂ ਨੂੰ ਐਕਸਪਲੇਨ ਨਹੀਂ ਕੀਤਾ ਗਿਆ, ਉਸ ਸਮੇਂ ਉਹਨਾਂ ਨੇ ਪ੍ਰਭੂ ਦਾ ਵਚਨ ਆਪਣੇ ਦਿਲ ਵਿੱਚ ਸਵੀਕਾਰ ਕਰਨਾ ਆ ਤੇ ਪ੍ਰਭੂ ਨੂੰ ਮੁਕਤੀਦਾਤਾ ਮੰਨ ਲੈਣਾ ਹੈ। And the 7 years of tribulation time that we see that will take place, those people who are called, they will be given the opportunity to get to know Lord Jesus, and they can then open their hearts and receive Lord Jesus as their savior. ਕੌਣ ਪ੍ਰਚਾਰ ਕਰੇਗਾ ਉਹਨਾਂ ਨੂੰ? ਪਾਸਟਰ ਜੀ ਅਸੀਂ ਤਾਂ ਚੱਕੇ ਜਾਵਾਂਗੇ, ਚਰਚ ਤਾਂ ਜਾਏਗਾ। ਕੌਣ ਪ੍ਰਚਾਰ ਕਰੇਗਾ ਉਹਨਾਂ ਨੂੰ? ਸਵਾਲ ਆ ਕੇ ਜਾਂਦਾ। Who will preach them at those 7 years, Pastor Ji? Because we won't be here. The church will be already lifted up. ਪਹਿਲੇ ਨੰਬਰ ਤੇ ਆਪਾਂ ਹੀ ਉਹਨਾਂ ਨੂੰ ਟੈਸਟਮਨੀ ਦੇ ਕੇ ਜਾਵਾਂਗੇ। ਜਦੋਂ ਆਪਣੇ ਪਰਿਵਾਰ 'ਚੋਂ ਇੱਕ ਬੰਦਾ ਚੱਕਿਆ ਗਿਆ, ਜਦੋਂ ਆਪਣੇ ਪਰਿਵਾਰ 'ਚ ਆਪਣੀ ਬੇਬੇ ਚੱਕੀ ਗਈ, ਆਪਣੇ ਪਰਿਵਾਰ 'ਚੋਂ ਆਪਣਾ ਤਾਇਆ ਚੱਕਿਆ ਗਿਆ, ਆਪਣੇ ਪਰਿਵਾਰ 'ਚੋਂ ਆਪਣਾ ਭਰਾ ਚੱਕਿਆ ਗਿਆ, ਭੈਣ ਚੱਕਿਆ ਗਿਆ, ਦੂਜੇ ਜਿਹੜੇ ਵਿਸ਼ਵਾਸ ਨਹੀਂ ਕਰਦੇ, ਪ੍ਰਭੂ ਦੇ ਵਿੱਚੋਂ ਨਹੀਂ ਕਰਦੇ ਸੀ, ਉਹਨਾਂ ਨੇ ਦੇਖਿਆ ਲੈ ਵੀ ਫਲਾਣਾ ਚੱਕਿਆ ਗਿਆ, ਇੱਕਦਮ ਉਹਨਾਂ ਨੇ ਕਹਿ ਲਓ ਕਿ ਪ੍ਰਭੂ 'ਚ ਵਿਸ਼ਵਾਸ ਕਰਨਾ ਸ਼ੁਰੂ ਕਰ ਦੇਣਾ ਹੈ। And when that first place that we will leave a testimony behind before we are raptured, because if in our family one person, let's say our grandmother, she knew the Lord, and when she was taken away, and the other people of the family, they will see that wow, rapture happened and grandmother or so and so relative is lifted up, at that time they will open their hearts quickly to receive Lord Jesus, and they will testify about Lord Jesus. ਹਜ਼ਾਰ ਲੋਕ ਦੁਨੀਆ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਡਿਸਅਪੀਅਰ ਹੋ ਜਾਣੇ। ਤੁਸੀਂ ਕਹੋ ਪਾਸਟਰ ਜਿੱਦਾਂ ਕਿੱਦਾਂ ਹੋ ਸਕਦਾ ਹੈ? ਆਹ ਜਿਹੜੀ ਹੁਣ ਤੁਹਾਡੀ ਕਰੋਨਾ ਵਾਇਰਸ ਆਈ ਹੈਗੀ ਆ, ਇਹ ਸੋਚਿਆ ਸੀ ਕਦੇ ਕਿੱਦਾਂ ਆਏਗੀ? ਇੱਦਾਂ ਦੁਨੀਆ ਤੇ ਫੈਲੀ ਹੋਈ ਹੈ ਪਹਿਲੀ ਵਾਰ। ਇਹਨਾਂ ਸਮਿਆਂ ਦੇ ਵਿੱਚ ਭਰਾਵੋ ਤੇ ਭੈਣੋ ਇੱਕ ਨਿਸ਼ਾਨ ਆ, ਅੰਤ ਨਜ਼ਦੀਕ ਹੈ। ਇਹ ਸਮਾਂ ਆ ਕਿ ਚਰਚ ਆਪਣੇ ਆਪ ਨੂੰ ਤਿਆਰ ਕਰ ਲਵੇ। ਇਹ ਸਮਾਂ ਸਾਨੂੰ ਰੂਹ ਦੇ ਵਿੱਚ ਅੱਗੇ ਵਧਣ ਦਾ, ਪ੍ਰਪੇਅਰ ਕਰਨ ਦਾ, ਕਿਉਂਕਿ ਭਰਾਵੋ ਤੇ ਭੈਣੋ ਵਚਨ ਆਖਦਾ ਆ ਕਿ ਅੰਤ ਨੇੜੇ ਆ, ਪ੍ਰਭੂ ਦਾ ਆਉਣਾ ਨੇੜੇ ਆ। And some people will say, well, how will this be possible? Thousands and thousands of people will be lifted up in a second. Well, brothers and sisters,
anything can happen right now. As we see in our lives here, the coronavirus is happening, so much is happening, we never thought of this. So that's why it's good to know, it's so important that you have that in your mind and your heart, that end is near. Let's prepare ourselves and be ready to be lifted up any moment. ਜਦੋਂ ਆਪਾਂ ਚੱਕੇ ਗਏ, ਉਹਨਾਂ ਨੇ ਸਾਡੀ ਡਿਸਅਪੀਅਰੈਂਸ ਨੂੰ ਦੇਖ ਕੇ ਵੀ ਅਸੀਂ ਚੱਕੇ ਗਏ ਆ, ਵਿਸ਼ਵਾਸ ਕਰ ਲੈਣਾ ਬਹੁਤ ਸੇ ਲੋਕਾਂ ਨੇ। And when we will be lifted up, just by seeing our disappearance, thousands and thousands of people disappeared, those people who are staying behind, they will believe. ਉਹ ਤੋਂ ਬਾਅਦ ਸਾਇਲੈਂਟ ਵਿਟਨੈਸ, ਯਾਨੀ ਕਿ ਆਪਣੀਆਂ ਬਾਈਬਲਾਂ ਇੱਥੇ ਧਰਤੀ ਤੇ ਰਹਿ ਜਾਣਗੀਆਂ। ਭੱਜਣਗੇ ਲੋਕ ਬਾਈਬਲਾਂ ਪੜ੍ਹਨ ਦੇ ਵਾਸਤੇ, ਬਾਈਬਲ ਨੂੰ ਪੜ੍ਹ ਕੇ ਉਹਨਾਂ ਨੂੰ ਵਿਸ਼ਵਾਸ ਕਰਕੇ ਬਚਾਏ ਜਾਣਾ ਹੈ। And then there's a silence witness. Who is that? That's our Bible. Our Bibles will stay behind here in this world. When people will see us disappear, they will run to find our Bibles, to read the Bible. They will read it and they will open their hearts to Lord Jesus. ਆਪਣੀਆਂ ਗਵਾਹੀਆਂ, ਆਪਣੇ ਮੈਸੇजेस YouTube ਤੇ Facebook ਤੇ ਪਾਏ ਹੋਏ ਨੇ, ਉਹਨਾਂ ਨੇ ਉਸ ਸਮੇਂ ਕੰਮ ਕਰਨਾ ਹੈ ਪ੍ਰਭੂ ਦੇ ਪੈਣੋਂ, ਜਦੋਂ ਆਪਾਂ ਚੱਕੇ ਗਏ। And at the time when we are lifted up, people will listen to the YouTube preachings, messages on media. All that will help them to hear the word of God, and they will believe. ਉਸ ਸਮੇਂ ਐਂਟੀ ਕ੍ਰਾਈਸਟ ਅਪੀਅਰ ਹੋ ਜਾਵੇਗਾ। And at that time, Antichrist will appear. ਉਹ ਇੱਕਦਮ ਸਾਰੇ ਜਿਹੜੇ ਕ੍ਰਿਸਚੀਅਨ ਮੈਸੇजेस ਨੇ ਉਹਨਾਂ ਨੂੰ ਬੈਨ ਕਰਨ ਦੀ ਕੋਸ਼ਿਸ਼ ਕਰੇਗਾ, ਬਾਈਬਲ ਡਿਸਅਪੀਅਰ ਕਰਨ ਦੀ ਕੋਸ਼ਿਸ਼ ਕਰੇਗਾ। ਉਸ ਸਮੇਂ ਪ੍ਰਭੂ ਦੇ ਪੈਣੋਂ ਉਹ ਲੋਕਾਂ ਨੂੰ ਕਹੇਗਾ ਕਿ ਜੇ ਤੁਸੀਂ ਇਹ ਚਿਪ ਜਾਂ ਇਹ ਮੋਹਰ ਆਪਣੇ ਸਰੀਰ ਤੇ ਐਕਸੈਪਟ ਨਾ ਕੀਤੀ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ। ਉਸ ਚਿਪ ਤੋਂ ਬਿਨਾਂ ਤੁਹਾਨੂੰ ਕੁਝ ਖਾਣ ਨੂੰ ਨਹੀਂ ਮਿਲੇਗਾ, ਤੁਹਾਨੂੰ ਪੀਣ ਨੂੰ ਨਹੀਂ ਮਿਲੇਗਾ। ਜ਼ਬਰਦਸਤੀ ਲੋਕਾਂ ਨੂੰ ਉਹ ਚਿਪ ਲਵਾਉਣ ਵਾਸਤੇ ਮਜਬੂਰ ਕਰੇਗਾ। And at that time, when Antichrist will come, he will try to ban the Bibles. He will try to ban and make all the YouTube, all the preachings, messages disappear. And he will force the people to have a chip in their bodies or seal on their bodies, because other than if they don't have that chip or seal, people won't be able to go buy groceries or buy food. It will be very, very hard time for people at the time. ਉਹ 7 ਸਾਲਾਂ ਦੇ ਵਿੱਚ In those 7 years, 144,000 ਯਹੂਦੀ ਪ੍ਰਚਾਰਕ ਆਣਗੇ ਤੇ ਉਹ ਵੀ ਪ੍ਰਚਾਰ ਕਰਨਗੇ। ਏਲਾਈਜਾ ਤੇ ਮੂਸਾ ਆਵੇਗਾ, ਉਹ ਵੀ ਪ੍ਰਚਾਰ ਕਰੇਗਾ। ਤੇ ਉਸ ਸਮੇਂ ਬਹੁਤ ਸੇ ਲੋਕ ਇਸ ਦੁਨੀਆ ਤੋਂ, ਬਹੁਤ ਸੇ ਲੋਕ, ਬਹੁਤ ਜ਼ਿਆਦਾ ਲੋਕ ਬਚਾਏ ਜਾਣਗੇ। And at that time, when 144,000 Jewish people and Elijah and Moses, they will come and they will preach the word of God, and lot of people at that time will open their hearts to Lord Jesus. ਬਚਨ ਆਖਦਾ ਹੈ ਕਿ ਉਸ ਸਮੇਂ ਜਿਹੜੇ ਵਿਸ਼ਵਾਸੀ ਹੈਗੇ ਨੇ ਉਹ ਰਿਜੈਕਟ ਕਰਨਗੇ ਐਂਟੀ ਕ੍ਰਾਈਸਟ ਦੀ ਉਸ ਮੋਹਰ ਨੂੰ, ਐਂਟੀ ਕ੍ਰਾਈਸਟ ਨੂੰ ਰਿਜੈਕਟ ਕਰਨਗੇ ਤੇ ਉਹ ਮੋਹਰ ਨੂੰ ਨਹੀਂ ਲਵਾਉਣ ਦੇਣਗੇ। ਉਹਨਾਂ ਨੂੰ ਫੜ ਲਿਆ ਜਾਵੇਗਾ ਤੇ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। And at that time, the word of God says that the Antichrist will try to put that seal or the chip into people's bodies, and they will reject, those believers will reject those seals and and the chips on their bodies, and they will be captured, then those people, and they will be killed. ਉਹਨਾਂ ਦੇ ਉੱਤੇ ਸਿਰਫ ਇੱਕੋ ਹੀ ਸਲੂਕ ਕੀਤਾ ਜਾਵੇਗਾ, ਉਹਨਾਂ ਨੂੰ ਛੱਡ ਨਹੀਂ ਦਿੱਤਾ ਜਾਵੇਗਾ, ਉਹਨਾਂ ਨੂੰ ਸਿਰਫ ਮਾਰ ਦਿੱਤਾ ਜਾਵੇਗਾ। And at that time, they will, there's only one final destination that they will get, which will be, they will be killed. They won't be released or anything, they will be killed. ਸੋ ਉਸ ਸਮੇਂ ਇਹ ਟ੍ਰਿਬੂਲੇਸ਼ਨਲ ਸੇਂਟਸ ਹੋਣਗੇ, ਜਿਹੜੇ ਜਿਉਂ-ਜਿਉਂ ਮਾਰੇ ਜਾਣਗੇ ਤਿਉਂ-ਤਿਉਂ ਇਹਨਾਂ ਦੀਆਂ ਆਤਮਾ ਸਵਰਗ ਦੇ ਵਿੱਚ ਜਾਣਗੀਆਂ ਤੇ ਸਵਰਗ ਵਿੱਚ ਜਾ ਕੇ ਪਰਮੇਸ਼ਰ ਦੇ ਤਖਤ ਦੇ ਸਾਹਮਣੇ ਪਰਮੇਸ਼ਰ ਨੂੰ ਪੁਕਾਰਦੀਆਂ ਨੇ ਤੇ ਪਰਮੇਸ਼ਰ ਨੂੰ ਕਹਿ ਰਹੀਆਂ ਨੇ। And at that time, these tribulational saints, their souls, they will be going up there in heaven, and they will be in front of the throne, and they will be crying, and they will be requesting the Lord, and they're saying. ਹੁਣ Revelation chapter 6 verse 9 to 11 ਪੜਾਂਗੇ ਆਪਾਂ, ਜਿਹਦੇ ਵਿੱਚ ਆਪਾਂ ਨੂੰ ਨਜ਼ਰ ਆਏਗਾ ਕਿ ਇਹ ਜਿਹੜੇ ਬਚਾਏ ਜਾਣਗੇ ਇਹ ਟ੍ਰਿਬੂਲੇਸ਼ਨਲ ਸੇਂਟਸ ਹੋਣਗੇ, ਲੇਕਿਨ ਇਹ ਚਰਚ ਦਾ ਹਿੱਸਾ ਨਹੀਂ ਹੋਣਗੇ। ਯਾਦ ਰੱਖੋ। And we're going to see those people that they will go at that time, they will be tribulational saints. They won't be the part of the church. ਚਰਚ ਜਿਹੜਾ ਰੈਪਚਰ ਦੇ ਟਾਈਮ ਤੇ ਪੂਰਾ ਹੋ ਗਿਆ। And the church already was taken up at the time of the rapture. ਜਿਹੜੇ ਗਰਮ ਸੀਗੇ ਉਹ ਬਚਾਏ ਗਏ। And the people who were the hot
Spiritually, they were lifted up, they were ਜਿਹੜੇ saved. ਮਰੇ ਹੋਏ ਸੀ ਪ੍ਰਭੂ ਯਿਸੂ ਚ ਪਹਿਲਾਂ ਉਹ ਵੀ ਬਚਾਏ ਗਏ, And the ones who were sleeping before, they were also lifted up. ਉਹ ਚਰਚ ਦਾ ਹਿੱਸਾ ਹੋਣਗੇ। They will be the part of a church at the time. ਉਹ ਤੋਂ ਬਾਅਦ ਜਿਹੜੇ ਲੂਕ ਵਾਰਮ ਸੀਗੇ, ਜਿਹੜੇ ਕੋਸੇ ਸੀਗੇ, ਉਹ ਵੀ ਪ੍ਰਭੂ ਨੇ ਆਪਣੇ ਮੂੰਹ ਚੋਂ ਰਿਜੈਕਟ ਕਰ ਦਿੱਤੇ, ਉਗਲ ਦਿੱਤੇ, ਉਹ ਵੀ ਨਹੀਂ ਬਚਾਏ ਗਏ। ਤੇ ਬਾਅਦ ਵਿੱਚ ਜਿਹੜੇ ਠੰਡੇ ਆਣਗੇ ਇਹ ਬਚਾਏ ਜ਼ਰੂਰ ਜਾਣਗੇ, ਲੇਕਿਨ ਇਹ ਚਰਚ ਦਾ ਹਿੱਸਾ ਨਹੀਂ ਹੋਣਗੇ। And these people, after those lukewarm people, they will be saved, but they won't be part of the church. ਦੇਖੋ ਧਿਆਨ ਨਾਲ ਪੜਾਂਗੇ ਪਰਮੇਸ਼ਰ ਦਾ ਵਚਨ, ਰੈਵਲੇਸ਼ਨ ਚੈਪਟਰ 6 ਵਰਸ 9 to 11 ਜੀ। ਜਾਂ ਉਹਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਰ ਦੇ ਵਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਢੇ ਗਏ ਸਨ। ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ। ਹੁਣ ਦੇਖੋ ਕੀ ਪੁਕਾਰਦੇ ਹੈਗੇ ਨੇ। Let's see, what are they shouting? What are they ਜੇ saying? ਤਾਂ ਇਹ ਚਰਚ ਦਾ ਹਿੱਸਾ ਹੁੰਦੇ, ਜਾਂ ਤਾਂ ਇਹ ਗ੍ਰੇਸ ਪੀਰੀਅਡ ਵਾਲੇ ਹੁੰਦੇ, ਫਿਰ ਤਾਂ ਇਹਨਾਂ ਦੀ ਪੁਕਾਰ ਉਦਾਂ ਦੀ ਹੋਣੀ ਸੀ ਜਿੰਨਾ ਸਟੀਵਨ ਦੀ ਪੁਕਾਰ ਸੀ। And if they were from the part of the church, if they were at the time, their shout would be like Stephen's shout. Stephen's shout. ਜਾਂ ਜਦੋਂ ਸਟੀਵਨ ਬਚਾਇਆ ਗਿਆ ਸੀ, ਉਹਨੇ ਆਖਿਆ ਸੀ ਕਿ ਪ੍ਰਭੂ ਜੀ ਇਹਨਾਂ ਨੂੰ ਮਾਫ ਕਰ ਦੇ, ਇਸ ਪਾਪ ਨੂੰ ਮਾਫ ਕਰ ਦੇ, ਕਿਉਂਕਿ ਜਾਣਦੇ ਨਹੀਂ ਕੀ ਕਰ ਰਹੇ ਨੇ। Or at the time that Stephen said, like, Lord, please forgive them because they don't know what they're doing. ਪਤਰਸ ਹਿਸਟਰੀ ਦੱਸਦੀ ਹੈ ਕਿ ਪਤਰਸ ਨੇ ਵੀ ਇਹੀ ਪ੍ਰੇ ਕੀਤੀ ਸੀ ਕਿ ਪ੍ਰਭੂ ਜੀ ਇਹਨਾਂ ਨੂੰ ਮਾਫ ਕਰ ਦੇ, ਕਿ ਇਹ ਜਾਣਦੇ ਨਹੀਂ ਕੀ ਕਰਦੇ ਨੇ। And Peter also prayed that he said, Lord, please forgive them because they don't know what they're doing. ਪੌਲੁਸ ਜਦੋਂ ਮਾਰਿਆ ਗਿਆ ਸੀ, ਉਹਨੇ ਵੀ ਤੇ ਪ੍ਰਭੂ ਯਿਸੂ ਮਸੀਹ ਨੇ ਸਲੀਬ ਤੇ ਇਹੀ ਕਿਹਾ ਸੀ ਕਿ ਉਹ ਪਿਤਾ ਇਹਨਾਂ ਨੂੰ ਮਾਫ ਕਰ ਦੇ, ਕਿਉਂਕਿ ਜਾਣਦੇ ਨਹੀਂ ਕੀ ਕਰ ਰਹੇ ਨੇ। Even Lord Jesus as well on the cross, he said to Lord, Father, please forgive them because they know not what they're doing. ਕਿਉਂਕਿ ਉਹ ਰੂਹ ਜਿਹੜੀ ਉਹਨਾਂ ਵਿੱਚ ਸੀਗੀ, ਉਹ ਗ੍ਰੇਸ ਪੀਰੀਅਡ ਦੀ ਰੂਹ ਸੀਗੀ, ਉਹ ਚਰਚ ਦੀ ਰੂਹ ਸੀਗੀ, ਇਹ ਕਿਰਪਾ ਤੇ ਦਇਆ ਦੀ ਰੂਹ ਸੀ ਜਿਹੜੀ ਉਹਨਾਂ ਵਿੱਚੋਂ ਦੀ ਪੁਕਾਰਦੀ ਸੀ, ਪ੍ਰਭੂ ਜੀ ਇਹਨਾਂ ਨੂੰ ਮਾਫ ਕਰ ਦੇ। And there was the spirit of grace that was shouting from all these people that we just saw, because they were asking for forgiveness for others at the time. The spirit of grace was speaking through them. ਲੇਕਿਨ ਇਹਨਾਂ ਦੇ ਵਿੱਚ ਭਾਵੇਂ ਪਵਿੱਤਰ ਆਤਮਾ ਵਾਸ ਕਰਦਾ ਆ, ਲੇਕਿਨ ਇਹਨਾਂ ਦੇ ਵਿੱਚ ਉਹਦੀ ਜਿਹੜੀ ਪਵਿੱਤਰ ਆਤਮਾ ਪੁਕਾਰਦੀ ਆ, ਇਹਨਾਂ ਦੀ ਪੁਕਾਰ ਦੇਖੋ ਡਿਫਰੈਂਟ ਆ। ਪੜਾਂਗੇ ਜੀ। ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ, ਬਈ ਹੇ ਸੁਆਮੀ ਜੀ, ਜਿਹੜਾ ਪਵਿੱਤਰ ਅਤੇ ਸੱਤ ਹੈ, ਕਦੋਂ ਤੋੜੀ ਤੂੰ ਨਿਉ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ ਹੈ। ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਵਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਵਚਨ ਹੋਇਆ, ਬਈ ਥੋੜਾ ਚਿਰ ਹੋਰ ਆਰਾਮ ਕਰੋ, ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ। ਇਹ ਪ੍ਰੇਰ ਕਰਦੇ ਨੇ ਤਖਤ ਦੇ ਸਾਹਮਣੇ ਜਾ ਕੇ, ਪ੍ਰਭੂ ਜੀ ਕਦੋਂ ਨਿਆਂ ਕਰੇਗਾ, ਕਦੋਂ ਜੱਜਮੈਂਟ ਕਰੇਗਾ, ਦੇਖੋ ਸਾਨੂੰ ਕਿੱਦਾਂ ਮਾਰਿਆ ਗਿਆ, ਸਾਨੂੰ ਤੜਫਾਇਆ ਗਿਆ, ਸਾਨੂੰ ਤੰਗ ਕੀਤਾ ਗਿਆ, ਸਾਨੂੰ ਕਤਲ ਕਰ ਦਿੱਤਾ ਗਿਆ, ਕਦੋਂ ਨਿਆਂ ਕਰੇਗਾ ਪ੍ਰਭੂ ਜੀ। And as we see, their shout is way different than the grace period time shout. They are actually saying, Lord, when you will bring judgment on all those people who did all those things on us, when you will take the revenge of our blood, when you will do something to those people who slain us. ਨਵੇਂ ਨੇਮ ਦੇ ਜਿਹੜੇ ਸੰਤ ਸੀਗੇ, ਚਰਚ ਵਾਲੇ ਲੋਕ, ਉਹ ਗਾਉਂਦੇ ਹੁੰਦੇ ਸੀਗੇ, ਬਦਲ ਗਿਆ ਬਦਲ ਗਿਆ ਬਦਲ ਗਿਆ, ਮੇਰਾ ਸਾਰਾ ਜੀਵਨ ਬਦਲ ਗਿਆ। ਇਹ ਜਿਹੜੇ ਸੇਂਟਸ ਹੈਗੇ ਨੇ, ਇਹ ਗਾ ਰਹੇ ਨੇ, ਬਦਲਾ ਦੇ ਬਦਲਾ ਲੈ ਬਦਲਾ ਲੈ ਬਦਲਾ ਲੈ, ਮੇਰੇ ਸਾਰੇ ਜੀਵਨ का ਬਦਲਾ ਲੈ। The people from the church period now, grace time, they're singing that yes, everything has changed in my life, but these people are saying to take revenge. Lord, take revenge, take revenge. ਸੋ ਇਹ 7 ਸਾਲਾਂ ਦੇ ਵਿੱਚ ਹੌਲੀ ਹੌਲੀ ਕਰਕੇ ਸਾਰੇ ਮਾਰੇ ਜਾਣਗੇ, ਤੇ 7ਵੇਂ ਸਾਲ ਦੇ ਵਿੱਚ ਜਾ ਕੇ ਐਂਡ 'ਚ ਜਾ ਕੇ ਇਹਨਾਂ ਦੀ ਵੀ ਰੈਪਚਰ ਹੋਏਗੀ ਤੇ ਇਹ ਵੀ ਉਠਾ ਲਏ ਜਾਣਗੇ ਸਾਰੇ ਦੇ ਸਾਰੇ। And for 7 years, slowly they will be slain, and at the end of that 7 years, they will slowly all be lifted up. They will be. ਜਦੋਂ ਮਾਰੇ ਜਾਣਗੇ ਉਦੋਂ ਉਹਨਾਂ ਦੀਆਂ ਆਤਮਾਵਾਂ ਤਖਤ ਤੇ ਮੂਹਰੇ ਜਾਈ ਜਾਣਗੀਆਂ, ਲੇਕਿਨ ਜਦੋਂ ਰੈਪਚਰ ਹੋ ਰਹੀ ਹੈ ਉਹ ਸਾਰੇ ਵਾਪਸ ਆਣਗੇ ਆਪਣੇ ਸ਼ਰੀਰਾਂ 'ਚ ਵੜਨ ਦੇ ਵਾਸਤੇ ਤੇ ਉਠਾ ਲਏ ਜਾਣਗੇ ਸ਼ਰੀਰਾਂ ਦੇ ਨਾਲ, ਫਿਰ ਤਖਤ ਦੇ ਸਾਹਮਣੇ ਸ਼ਰੀਰਾਂ ਦੇ ਵਿੱਚ ਚਿੱਟੇ ਕੱਪੜੇ ਪਾ ਕੇ ਉਹ ਪ੍ਰਭੂ ਦੇ ਅੱਗੇ ਪ੍ਰੈਜ਼ੈਂਟ ਹੋਣਗੇ। And at the time, slowly as they're being killed, they will go in front of the throne, and after that they'll come back and take their bodies, be in their bodies, and they will be wearing white robes at that time, and then all together with their fellow brothers and sisters, they will be all presented in front of the throne at the end. Revelation chapter 7 verse 9 to 14 ਪੜਾਂਗੇ ਚੜ੍ਹਦੇ ਨੇ। ਇਸ ਵਚਨ 'ਚ ਆਪਾਂ ਨੂੰ ਨਜ਼ਰ ਆਉਂਦਾ ਹੈ ਜਦੋਂ ਉਹ ਉਠਾਏ ਜਾਂਦੇ ਨੇ,
ਜਦੋਂ ਉਹਨਾਂ ਦੀ ਰੈਪਚਰ ਹੁੰਦੀ ਹੈ। And we see in Revelation chapter 7 verse 9 to 14, this is where we see actually when they are all lifted up, the Sure. revelation takes place. ਇਹਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਬਈ ਹਰੇਕ ਕੌਮ ਵਿੱਚੋਂ ਅਤੇ ਸਭਨਾ ਗੋਤਾਂ ਉਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹਦੀ ਗਿਣਤੀ ਕਿਸੇ ਕੋਲੋਂ ਨਹੀਂ ਸੀ ਹੁੰਦੀ ਚਿੱਟੇ ਵਸਤਰ ਪਹਿਨੇ ਅਤੇ ਖਜੂਰ ਦੀਆਂ ਟਾਹਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ ਅਤੇ ਇਹ ਵੱਡੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, ਮੁਕਤੀ ਸਾਡੇ ਪਰਮੇਸ਼ਰ ਵੱਲੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਲੇਲੇ ਵੱਲੋਂ ਹੈ। ਸਾਰੇ ਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚੌਹਾਂ ਜੰਤੂਆਂ ਦੇ ਦੁਆਲੇ ਖਲੋਤੇ ਸਨ ਤਾਂ ਉਹ ਸਿੰਘਾਸਣ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ਰ ਨੂੰ ਮੱਥਾ ਟੇਕਿਆ ਅਤੇ ਬੋਲੇ, ਆਮੀਨ। ਸਾਡੇ ਪਰਮੇਸ਼ਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰੱਥਾ ਅਤੇ ਸ਼ਕਤੀ ਜੁਗੋ ਜੁਗ ਹੋਵੇ, ਆਮੀਨ। ਦੇਖੋ ਲਿਖਿਆ ਕਿ ਸਾਰੇ ਦੇਸ਼ਾਂ ਚੋਂ, ਸਾਰੇ ਪਿੰਡਾਂ ਚੋਂ, ਸਾਰੀਆਂ ਗੋਤਾਂ ਤੋਂ ਲੋਕ ਉਸ ਵਿੱਚ ਹੋਣਗੇ। And it says that people from all the tribes, nations, and all the people from all the languages, they will be in that group. ਫਿਰ ਤੁਸੀਂ ਦੇਖੋ ਕਿ ਜਦੋਂ ਉਹ ਉੱਥੇ ਪਹੁੰਚਦੇ ਨੇ ਤੇ ਉਹ ਮਹਿਮਾ ਗਾਉਂਦੇ ਨੇ, ਉੱਥੇ ਹੋਰ ਕੌਣ-ਕੌਣ ਖੜਾ ਹੈ? ਲਿਖਿਆ ਕਿ ਸਾਰੇ ਦੂਤ ਖੜੇ ਨੇ। And at the time when they're in front of the throne, they're singing the praises to the Lord. Who else is standing there? All the angels are standing there. ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ, ਬਈ ਇਹ ਜਿਨ੍ਹਾਂ ਚਿੱਟੇ ਵਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ ਨੇ? ਹੁਣ ਦੇਖਿਆ ਜਾਵੇ ਧਿਆਨ ਦੇ ਨਾਲ, ਇੱਕ ਤਾਂ ਉੱਥੇ ਐਂਜਲਸ ਖੜੇ ਨੇ ਚਾਰੋਂ ਪਾਸੇ, ਨਾਲ ਬਜ਼ੁਰਗ ਖੜੇ ਨੇ। ਤੁਸੀਂ ਪੁੱਛੋ ਬਜ਼ੁਰਗ ਕੌਣ ਨੇ? And we see that the angels are standing there, and then there are elders standing there too. So you might ask, who are those elders? ਬਜ਼ੁਰਗ ਨੇ ਉਹ ਚਰਚ ਨੂੰ ਰਿਪਰੈਜ਼ੈਂਟ ਕਰਦੇ ਨੇ, ਯਾਨੀ ਕਿ ਚਰਚ ਆਲਰੇਡੀ ਉੱਥੇ ਖੜਾ ਹੈ। And the elders represent the church of the Jesus Christ, and that means the church is already standing there. 24 ਐਲਡਰਸ ਜਿਹੜੇ ਨੇ ਇਹ ਚਰਚ ਨੂੰ ਰਿਪਰੈਜ਼ੈਂਟ ਕਰਦੇ ਨੇ। The 24 elders, they represent the church. ਇਹਨਾਂ ਐਲਡਰਸ ਦੇ ਵਿੱਚੋਂ ਹੀ ਇੱਕ ਬੰਦਾ ਆ ਕੇ ਪੁੱਛਦਾ ਆ ਯਹੰਨਾ ਨੂੰ, ਜਿਹੜਾ ਵਿਜ਼ਨ ਦੇਖ ਰਿਹਾ ਹੁੰਦਾ ਆ, ਬਈ ਲੈ ਵੀ ਇਹ ਕੌਣ ਨੇ? ਨਾ ਉਹ ਐਲਡਰਸ ਜਾਣਦੇ ਨੇ ਵੀ ਇਹ ਕੌਣ ਨੇ, ਨਾ ਯਹੰਨਾ ਜਾਣਦਾ ਆ ਉਹ ਕੌਣ ਨੇ। And at the time, one of these elders comes to John, who's writing all this, who's seeing the vision, that who are all these people? The elders, they don't know who are these people, and the one who's writing, he doesn't know who all these people are. ਦੇਖੋ ਇੱਕ ਵਾਰ ਫਿਰ ਪੜਾਂਗੇ ਇਹ ਪਾਠ। I'm going to read again. ਮੈਂ ਉਹਨਾਂ ਨੂੰ ਆਖਿਆ, ਹੇ ਮੇਰੇ ਪ੍ਰਭੂ ਜੀ ਤੁਸੀਂ ਜਾਣੋ। ਤਾਂ ਉਹਨ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਆਪਣੇ ਵਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਹਨਾਂ ਨੂੰ ਚਿੱਟਾ ਕੀਤਾ ਹੈ। ਹਾਂ, ਇਹ ਉਹ ਨੇ ਜਿਹੜੇ ਟ੍ਰਿਬੂਲੇਸ਼ਨ ਦੇ ਵਿੱਚੋਂ ਬਚਾਏ ਗਏ ਨੇ, ਜਿਹੜੇ ਟ੍ਰਿਬੂਲੇਸ਼ਨ ਦੇ ਵਿੱਚ ਪ੍ਰਭੂ ਨੂੰ ਜਾਣਿਆ ਤੇ ਵਸਤਰ ਚਿੱਟੇ ਪ੍ਰਾਪਤ ਕੀਤੇ, ਉਹ ਨੇ। These are those people who been saved at the time of the tribulation, and these are the ones who got those white robes. These are those people. Point main ਇੱਥੇ ਇਹ ਆ। The main point here is ਇਹ ਸਾਰੇ ਦੇ ਸਾਰੇ tribulation time 'ਚ ਬਚਾਏ ਜਾਣਗੇ ਤੇ ਮਰ ਜਾਣਗੇ। And all these people will be saved during the time of tribulations, and they will be killed. ਜਾਣੀ ਕਿ ਟ੍ਰਿਬੂਲੇਸ਼ਨ ਦੇ ਟਾਈਮ ਤੋਂ, ਰੈਪਚਰ ਤੋਂ ਪਹਿਲਾਂ ਇਹ ਬਚਾਏ ਨਹੀਂ ਗਏ। And that ਇਹ means ਰੈਪਚਰ ਤੋਂ ਬਾਅਦ 'ਚ ਬਚਾਏ ਜਾਣਗੇ। that means these people will not be saved before the rapture time. They will be saved after the rapture. ਹੁਣ ਆਪਾਂ ਖਤਮ ਕਰ ਰਹੇ ਹਾਂ ਮੈਸੇਜ ਨੂੰ And we're going to be finishing here ਤੀਸਰੇ ਪੁਆਇੰਟ ਦੇ ਨਾਲ। with the third point. ਜੇ ਤਾਂ ਗਰਮ ਹੁੰਦੇ ਤਾਂ ਠੀਕ ਸੀ, ਜੇ ਠੰਡੇ ਹੁੰਦੇ ਤਾਂ ਠੀਕ ਸੀ। If we are hot, we are okay. If we were cold, they were okay. ਜੇ ਗਰਮ ਹੁੰਦੇ ਤਾਂ ਰੈਪਚਰ ਹੋ ਜਾਂਦੀ, ਜੇ ਠੰਡੇ ਹੁੰਦੇ ਤਾਂ ਤੁਸੀਂ ਆਪਣੀ ਜਾਨ ਦੇ ਕੇ ਟ੍ਰਿਬੂਲੇਸ਼ਨ ਟਾਈਮ ਦੇ ਵਿੱਚ 7 ਸਾਲਾਂ 'ਚ ਮਰ ਕੇ ਆਪਣੇ ਆਪ ਨੂੰ ਬਚਾ ਲੈਂਦੇ, ਸਵਰਗ ਪਹੁੰਚ ਜਾਂਦੇ, ਬਚਾਏ ਜਾਂਦੇ। And if you were hot, you will be taken in the rapture. But if you were cold, at that time of 7 years of tribulation time, you could have given your life at the time, be killed and be saved. ਲੇਕਿਨ ਕਿਉਂਕਿ ਤੁਸੀਂ ਗਰਮ ਸਰਦ ਹੋ, ਕਿਉਂਕਿ ਤੁਸੀਂ ਕੋਸੇ ਹੋ, ਨਿੱਘੇ ਹੋ, ਕੋਸੇ ਹੋ, ਤੁਹਾਨੂੰ ਪ੍ਰਭੂ ਆਪਣੇ ਮੂੰਹ 'ਚੋਂ ਉਗਲ ਦੇਵੇਗਾ। ਤੁਸੀਂ ਰਿਜੈਕਟ ਕਰ ਦਿੱਤੇ ਜਾਓਗੇ। ਜਿਹੜੇ ਰਿਜੈਕਟ ਕਰ ਦਿੱਤੇ ਜਾਣ, ਉਹਨਾਂ ਦਾ ਬਚਣਾ ਨਾਮੁਮਕਿਨ ਆ, ਉਹ ਕਦੇ ਵੀ ਦੁਬਾਰਾ ਨਹੀਂ ਬਚਾਏ ਜਾਣਗੇ। And because those people who are lukewarm, they will be rejected, and they will not have another opportunity to be saved. ਗ੍ਰੇਸ ਟਾਈਮ ਦੇ ਵਿੱਚ ਪ੍ਰਭੂ ਨੂੰ ਸਵੀਕਾਰ ਕਰਕੇ ਜੇ ਤੁਸੀਂ ਰਿਜੈਕਟ ਹੋ ਜਾਓ ਰੈਪਚਰ 'ਚ,
ਤਾਂ ਤੁਸੀਂ ਟ੍ਰਿਬੂਲੇਸ਼ਨ ਟਾਈਮ ਦੇ 7 ਸਾਲਾਂ ਚ ਬਚਾਏ ਨਹੀਂ ਜਾ ਸਕਦੇ। If at the time of grace time you have accepted Lord Jesus as your Savior and then kind of walked back and you became one of the lukewarm believers, at that time you will be rejected. You won't be saved at that tribulation time. ਪੜਾਂਗੇ ਆਪਾਂ ਪ੍ਰਕਾਸ਼ ਦੀ ਪੋਥੀ ਦਾ 3ਰਾ ਚੈਪਟਰ ਤੇ ਉਹਦਾ 14ਵੇਂ ਵਰਸ ਤੋਂ ਲੈ ਕੇ ਪੜਾਂਗੇ ਆਪਾਂ। We're going to read Revelation chapter 3 from verse 14 onwards. ਇਹ ਜਿਹੜਾ ਵਰਸ ਆਪਾਂ ਪੜਿਆ ਸੀਗਾ ਸ਼ੁਰੂ ਦੇ ਵਿੱਚ, ਇਹ ਉੱਥੇ ਹੀ ਬੋਲਿਆ ਗਿਆ ਆ, ਉਹਨਾਂ ਨੂੰ ਹੀ ਬੋਲਿਆ ਜਾ ਰਿਹਾ ਆ ਜਿਹੜੇ ਕੋਸੇ ਨੇ, ਜਿਹੜੇ ਨਾ ਗਰਮ ਨੇ ਨਾ ਠੰਡੇ ਨੇ, ਜਿਹੜੇ ਕੋਸੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਰਿਜੈਕਟ ਕਰਨ ਜਾ ਰਿਹਾ ਆ, ਜਿਹੜੇ ਰੈਪਚਰ 'ਚ ਉਠਾ ਲਈ ਨਹੀਂ ਜਾਣਗੇ, ਜਿਹੜੇ ਆਪਣੀ ਸੈਲਵੇਸ਼ਨ ਗਵਾ ਲੈਣਗੇ, ਉਹਨਾਂ ਨੂੰ ਪ੍ਰਭੂ ਬੋਲ ਰਿਹਾ ਆ। And this is that time written in the beginning as we read, that those are those people who are lukewarm, that they are not hot or cold, they are lukewarm and they are not being lifted up in the rapture time. ਇਹ ਜਿਹੜੇ ਲੂਕਵਾਰਮ ਨੇ ਇਹਨਾਂ ਨੂੰ ਹੋਰ ਵੀ ਨਾਮ ਦਿੱਤੇ ਗਏ ਨੇ। And the Bible talks about lukewarm people. There are other names that they're also written in the Bible for them. ਇਹ ਜਿਹੜੇ ਵਰਸ 14 ਪੜਾਂਗੇ ਇਹਦੇ ਚ ਆਪਾਂ ਨੂੰ ਨਜ਼ਰ ਆਣਗੇ ਜੀ। ਚੈਪਟਰ 3 ਵਰਸ 14, ਰੈਵਲੇਸ਼ਨ ਚੈਪਟਰ 3:14 ਜੀ। ਲਾਉਦੀਕੀਆ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਬਈ ਜਿਹੜਾ ਆਮੀਨ ਹੈ, ਜਿਹੜਾ ਵਫਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ਰ ਦੀ ਸ੍ਰਿਸ਼ਟੀ ਦਾ ਮੁੱਢ ਹੈ, ਉਹ ਇਹ ਆਖਦਾ ਹੈ। ਜਹਾਂ ਦੇਖੋ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਬਈ ਤੂੰ ਨਾ ਤਾਂ ਠੰਡਾ ਹੈ ਨਾ ਤੱਤਾ। ਮੈਂ ਚਾਹੁੰਦਾ ਹਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ। ਹਾਂ, ਜੇ ਤੱਤਾ ਹੁੰਦਾ ਤਾਂ ਠੰਡਾ ਹੁੰਦਾ, ਬਚਾ ਹੋ ਜਾਣਾ ਸੀ, ਤੂੰ ਬਚ ਜਾਣਾ ਸੀ। ਲੇਕਿਨ ਅੱਗੇ, ਸੋ ਤੂੰ ਸੀਲ ਗਰਮ ਜੋ ਹੈ, ਨਾ ਤੱਤਾ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। ਤੂੰ ਜੋ ਆਖਦਾ ਹੈ ਵੀ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਹੀ ਨਹੀਂ, ਅਤੇ ਨਹੀਂ ਜਾਣਦਾ ਹੈ ਜੋ ਤੂੰ ਦੁਖੀ ਮੰਦਭਾਗੀ। ਦੇਖੋ ਨਾਮ ਕੇ ਦਿੱਤੇ ਜਾ ਰਹੇ ਨੇ, ਤੂੰ ਦੁਖੀ ਆ, ਤੂੰ ਲੂਕਵਾਰਮ, ਲੇਕਿਨ ਤੂੰ ਦੁਖੀ ਆ, ਅੰਦਰ ਦੁੱਖ ਆ ਤੇਰੇ। ਕਹਾਂ ਕੀ? ਮੰਦਭਾਗੀ ਆ, ਜਾਨੀ ਕਿ ਤੂੰ ਬਲੈਸਡ ਨਹੀਂਗਾ, ਮੰਦਭਾਗੀ ਆ, ਭਾਗ ਨਹੀਂ ਚੰਗੇ ਤੇਰੇ, ਮੰਦਭਾਗੀ ਆ। ਕੰਗਾਲ ਲੱਗਦਾ ਵੀ ਤੇਰੇ ਕੋਲ ਸਾਰਾ ਕੁਝ ਆ, ਲੇਕਿਨ ਤੂੰ ਕੰਗਾਲੀ ਆ, ਬਿਲਕੁਲ ਕੰਗਾਲ ਆ, ਤੂੰ ਖਤਮ ਆ, ਜ਼ੀਰੋ ਆ, ਅੰਨਾ ਨਜ਼ਰ ਹੀ ਨਹੀਂ ਆ ਰਿਹਾ ਕੁਝ। ਜੇ ਨਜ਼ਰ ਆ ਰਿਹਾ ਹੁੰਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲ ਰਹਿੰਦੇ। ਜੇ ਨਜ਼ਰ ਆ ਰਿਹਾ ਹੁੰਦਾ ਤਾਂ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣ ਕੇ ਮਗਰ ਚੱਲਦੇ ਰਹਿੰਦੇ। ਆਪਾਂ ਇੱਕ ਪੈਰ ਰੱਖਿਆ ਹੋਇਆ ਪ੍ਰਭੂ ਦੇ ਵਿੱਚ, ਦੂਜਾ ਪੈਰ ਰੱਖਿਆ ਦੁਨੀਆ ਦੇ ਵਿੱਚ। ਇੱਕ ਪੈਰ ਰੱਖਿਆ ਪਰਮੇਸ਼ਰ ਦੇ ਪਵਿੱਤਰ ਆਤਮਾ ਦੇ ਵਿੱਚ, ਦੂਸਰਾ ਪੈਰ ਰੱਖਿਆ ਆਪਾਂ ਪਾਪਾਂ ਦੀਆਂ ਚੀਜ਼ਾਂ ਦੇ ਵਿੱਚ। ਇੱਕ ਪਾਸੇ ਰੱਬ ਕਰਦੇ ਆ, ਦੂਸਰੇ ਪਾਸੇ ਪੈਸਾ ਕਰਦੇ ਆ। ਦੋਨੋਂ ਪਾਸੇ ਪੈਰ ਰੱਖੇ ਨੇ ਤੇ ਦੋਨਾਂ ਪਾਸੇ ਪੈਰ ਰੱਖਣ ਵਾਲੇ ਹਮੇਸ਼ਾ ਖੜੇ ਨਹੀਂ ਰਹਿ ਸਕਦੇ। ਅੱਗੇ ਦੇਖੋ ਕੀ ਲਿਖਿਆ, ਅਤੇ ਨੰਗਾ ਹੈ, ਯਾਨੀ ਕਿ ਤੈਨੂੰ ਲੱਗਦਾ ਕਿ ਕੱਪੜੇ ਪਾਏ ਨੇ ਤੇਰੇ ਰੂਹਾਨੀ ਤੌਰ ਤੇ, ਲੇਕਿਨ ਤੂੰ ਬਿਲਕੁਲ ਨੰਗਾ ਆ। ਤੂੰ ਰਾਸ਼ਟਰਬਾਜ਼ ਹੋ ਸਕਦਾ, ਤੂੰ ਧਾਰਮਿਕ ਹੋ ਸਕਦਾ ਆ, ਲੇਕਿਨ ਤੂੰ ਨੰਗਾ ਆ। And we see in the word of God here in the verse 14 onwards, as we were reading in Punjabi as well, that you are saying you are rich, I have acquired wealth and do not need anything. You might say that, but you do not realize that you are wretched, painful, pitiful, poor, blind and naked. कैसे टाइटल ਦਿੱਤੇ ਨੇ ਇਸ ਲੂਕਵਾਰਮ ਦੇ ਵਾਸਤੇ, ਇਸ ਕੋਸੇ ਇਨਸਾਨ ਦੇ ਵਾਸਤੇ ਜਿਹੜਾ ਪ੍ਰਭੂ ਚ ਆ ਕੇ ਵੀ ਉਹਨੇ ਪ੍ਰਭੂ ਦੀ ਕਦਰ ਨਹੀਂ ਮਾਨੀ। ਇੱਕ ਪੈਰ ਦੁਨੀਆ 'ਚ ਰੱਖਿਆ ਹੋਇਆ ਆ, ਇੱਕ ਪੈਰ ਪ੍ਰਭੂ 'ਚ ਰੱਖਿਆ ਹੋਇਆ ਹੈ। And for those people, there's such a names written in the Bible that even you came to the Lord, you accepted the Lord as your Savior, and you did not respect Him, you did not follow Him, you did not walk with Him. You have one foot in the world and then one foot as being a believer, that you are a lukewarm. You did not respect the Lord that you say. rapture आ जाए, if the rapture comes today, ਤੁਸੀਂ ਰਹਿ ਜਾਓਗੇ, you will stay behind. ਤੁਸੀਂ ਪ੍ਰਭੂ ਦੇ ਮੂੰਹ ਦੇ ਵਿੱਚੋਂ ਉਗਲ ਦਿੱਤੇ ਜਾਓਗੇ, ਰਿਜੈਕਟ ਕਰ ਦਿੱਤੇ ਜਾਓਗੇ, ਛੱਡ ਦਿੱਤੇ ਜਾਓਗੇ। God will spit you out from his mouth and you will be rejected. You will ਤੁਸੀਂ ਕਹੋ ਪਾਸੇ ਜੀ ਡੋਂਟ ਵਰੀ, ਫਿਕਰ ਨਾ ਕਰੋ, ਅਸੀਂ ਟ੍ਰਿਬੂਲੇਸ਼ਨ ਟਾਈਮ ਦੇ ਵਿੱਚ ਆਪਣੀ ਜਾਨ ਦੇ ਕੇ ਇਸ ਬਚਾਏ ਜਾਵਾਂਗੇ। And you will say, Pastor, don't worry, at the time of the tribulation we will give our life to be saved. ਜਿਨੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਲਹੂ ਨੂੰ ਦੁਦਕਾਰਿਆ ਹੋਵੇ, ਉਹਨੂੰ ਦੂਸਰਾ ਚਾਂਸ ਨਹੀਂ ਮਿਲੇਗਾ। If the person has rejected the blood of Jesus once, will not get another chance. ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਉਹ ਆਪਣੇ ਮੂੰਹ ਤੋਂ ਉਹਨੂੰ ਉਗਲ ਦੇਵੇਗਾ। ਉਹ ਚਾਹੁੰਦਾ ਸੀ ਤੂੰ ਗਰਮ ਹੁੰਦਾ, ਉਹ ਚਾਹੁੰਦਾ ਸੀ ਤੂੰ ਠੰਡਾ ਹੁੰਦਾ, ਲੇਕਿਨ ਤੂੰ lukewarm, no chance to save in times of
tribulation. And he will spit you out. He wanted you to be hot or to be cold, but because you're lukewarm, there will be no second chance for you आगे पढ़ा दे परमेश्वर वचन। at the time of the tribulation. जी ਤਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ ਬਈ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ ਲੈ ਤਾਂ ਜੋ ਤੂੰ ਧਨਵਾਨ ਹੋ ਜਾਵੇਂ ਅਤੇ ਚਿੱਟੇ ਵਸਤਰ ਲੈ ਲੈ ਤਾਂ ਜੋ ਆਪਣੇ ਦੁਆਲੇ ਪਾ ਲਵੇਂ ਅਤੇ ਤੇਰੇ ਨੰਗੇਜ ਦੀ ਲੱਜਾ ਪ੍ਰਗਟ ਨਾ ਹੋਵੇ ਅਤੇ ਆਪਣੀਆਂ ਅੱਖਾਂ ਵਿੱਚ ਪਾਉਣ ਨੂੰ ਸੁਰਮਾ ਲੈ ਲੈ ਤੇ ਤੂੰ ਸੁਜਾਖਾ ਹੋ ਜਾਵੇਂ ਮੈਂ ਜਿਨ੍ਹਾਂ ਨਾਲ ਪਿਆਰ ਕਰਦਾ ਹਾਂ ਉਹਨਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ ਇਸ ਕਾਰਨ ਤੂੰ ਉਦਮੀ ਬਣ ਅਤੇ ਤੌਬਾ ਕਰ ਵੇਖ ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ ਜੋ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਸਿੰਘਾਸਨ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪ੍ਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹਦੇ ਸਿੰਘਾਸਨ ਉੱਤੇ ਬੈਠਾ ਹਾਂ ਜਿਹਦੇ ਕੰਨ ਹਨ ਸੋ ਸੁਣੇ ਬਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ ਤੇ ਇਹ ਤੋਂ ਬਾਅਦ ਰੈਪਚਰ ਹੋ ਜਾਂਦੀ ਹੈ And after this verses, this chapter finishes, rapture takes place. ਚੌਥੇ ਵਰ ਦਾ ਪਹਿਲਾ ਵਰਸ ਜਿਹੜਾ ਆ ਉਹ ਸਵਰਗਾਂ ਦੇ ਵਿੱਚ ਜਹਨਾ ਦੀ ਅੱਖਾਂ ਖੁੱਲਦੀਆਂ ਤੇ ਰੈਪਚਰ ਹੁੰਦੀ ਹੈ And the chapter 4, the first verse, John opens his eyes. He's in heaven. The rapture has taken place. ਇਹ 98ਵੇਂ ਵਰਸ ਦੇ ਵਿੱਚ ਇੱਕ ਵਾਰ ਫਿਰ ਦੇਖੋ ਪ੍ਰਭੂ ਹਜੇ ਵੀ ਉਹਨਾਂ ਨੂੰ ਕਾਉਂਸਲ ਕਰ ਰਿਹਾ ਆ ਦਲੇਰੀ ਦੇ ਰਿਹਾ ਆ ਦਿਲਾਸਾ ਦੇ ਰਿਹਾ ਵੀ ਤੂੰ ਇੰਜ ਕਰ ਲਾ ਤੂੰ ਬਚੇਗਾ ਦੇਖੋ ਕੀ ਲਿਖਿਆ And even ਤਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ ਬਈ ਅੱਗ ਵਿੱਚ ਤਾਇਆ ਹੋਇਆ ਸੋਨਾ ਸਲਾਹ ਦਿੰਦਾ ਆ And at the verse 18, God is still counseling them, giving them a second chance and pleading them to have another chance and open his heart. ਕੀ ਸਲਾਹ ਦੇ ਰਿਹਾ ਬਈ What ਦੇ is ਰਿਹਾ ਪਹਿਲੇ ਨੰਬਰ ਤੇ ਗਰਮ ਹੋ ਜਾ first thing ਅੱਗ he's ਦੇ saying ਵਿੱਚ that be ਤਲਿਆ ਹੋਇਆ hot. ਸੋਨਾ ਰੂਚ ਗਰਮ ਹੋ ਜਾ ਯਾਨੀ ਕਿ ਇਹ ਕਹਿ ਰਿਹਾ ਹੈ And he's trying to say that be hot in spirit. ਰੱਬ ਦੀ ਹਜ਼ੂਰੀ ਰੱਬ ਦਾ ਮਸਾ ਰੱਬ ਦੇ ਜਲਾਲ ਦੀ ਗੱਲ ਹੋ ਰਹੀ ਹੈ ਇੱਥੇ And our God's anointing, God's presence, that's what they're talking about here. ਫਿਰ ਕਹਿੰਦਾ ਆ ਐਸੇ ਵਸਤਰ ਪਹਿਨ ਲੈ ਯਾਨੀ ਕਿ ਆਪਣੇ ਆਪ ਨੂੰ ਦਿਨ ਰਾਤ ਪ੍ਰਪੇਅਰ ਰੱਖ ਦਿਨ ਰਾਤ ਕਹਿ ਲੋ ਉਡੀਕ ਕਰ ਦਿਨ ਰਾਤ ਧਿਆਨ ਨਾਲ ਤੁਰ And then it says that day and night, be very cautious, be very careful to what you do, and wear white clothes and be very careful. And that's what the word of God says, that have your eyes open all the time. ਅੱਖਾਂ ਸਾਫ਼ ਕਰ ਲੈ ਆਪਣੀਆਂ ਤਾਂ ਕਿ ਤੈਨੂੰ ਰਾਹ ਨਜ਼ਰ ਆਵੇ ਤਾਂ ਕਿ ਤੂੰ ਰੱਬ ਦੇ ਨਾਲ ਚੱਲ ਸਕੇ Clean your eyes so you can see the way, so you can walk with God. ਤੇ ਤੂੰ ਰੱਬ ਦੀ ਆਵਾਜ਼ ਨੂੰ ਸੁਣ ਸਕੇ So you- ਪੂਰੀ ਨੂੰ ਸੁਣ ਸਕੇ You can hear the voice of God. You can hear that trumpet. ਇੱਥੇ 10ਵੇਂ ਵਰਸ ਦੇ 19ਵੇਂ ਵਰਸ ਦੇ ਵਿੱਚ ਇੱਥੇ ਦੇਖੋ ਪ੍ਰਭੂ ਯਿਸੂ ਕਹਿੰਦੇ ਨੇ ਦਿਲ ਦੀ ਗੱਲ ਹੋ ਰਹੀ ਹੈ ਇੱਥੇ ਦਿਲ ਦੇ ਬੂਹੇ ਦੀ ਗੱਲ ਹੋ ਰਹੀ ਆ ਹੁਣ ਯਾਦ ਰੱਖੋ ਇਹ ਜਿਹੜਾ ਪੋਰਸ਼ਨ ਹੈਗਾ ਆ ਇਹ ਚਰਚ ਨੂੰ ਬੋਲਿਆ ਜਾ ਰਿਹਾ ਆ And in the verse 19, Lord Jesus saying, talk about the door of your heart. And this is being talked to the church. ਪੜ੍ਹਾ ਕੇ ਧਿਆਨ ਦੇਣਾ 19ਵਾਂ ਵਰਸ Verse 19. ਮੈਂ ਜਿਨ੍ਹਾਂ ਨਾਲ ਪਿਆਰ ਕਰਦਾ ਹਾਂ ਉਹਨਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ ਇਸ ਕਾਰਨ ਤੂੰ ਉਦਮੀ ਬਣ ਅਤੇ ਤੌਬਾ ਕਰ ਸੌਰੀ 20ਵਾਂ ਵਰਸ ਦੇਖੋ ਵੇਖ ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ ਆ ਬੂਹੇ ਉੱਤੇ ਖਲੋਤਾ ਤੇ ਖੜਕਾਉਂਦਾ ਆ ਗਾਂ ਦੇਖੋ ਜੋ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਇਹ ਤਾਂ ਚਰਚ ਦੇ ਲੋਕ ਨੇ This is, ਲੇਕਿਨ ਪ੍ਰਭੂ ਬੂਹੇ ਦੇ ਬਾਹਰ ਕੀ ਕਰ ਰਹੇ ਨੇ ਵੀ and these are the people of the church that this is written for. But what does that mean? Why is God, Lord Jesus is outside that door? ਬਾਕੀ ਸਾਰੇ ਚਰਚਾਂ ਦੇ ਬੂਹੇ ਦੇ ਅੰਦਰ ਪ੍ਰਭੂ ਨੇ ਲੇਕਿਨ ਇਹ ਕੋਈ ਬੰਦਾ ਇਦਾਂ ਦਾ ਆ ਜਿਹੜਾ ਲੂਕਵਾਮ ਆ ਜਿਹਨੇ ਪ੍ਰਭੂ ਨੂੰ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ ਹੈ ਤੇ ਦਰਵਾਜ਼ਾ ਬੰਦ ਕਰ ਲਿਆ ਤੇ ਅੰਦਰ ਆਪਣੀ ਐਸ਼ ਆਰਾਮ ਕਰ ਲਿਆ ਦੁਨੀਆ ਦੀਆਂ ਚੀਜ਼ਾਂ ਦੇ ਵਿੱਚ ਮਗਨ ਆ ਪ੍ਰਭੂ ਨੂੰ ਬਾਹਰ ਕੱਢ ਦਿੱਤਾ ਹੈ ਕਰੋ And most of the time the Lord is inside the church. And why is this person particular? Why Lord is outside? He has practically thrown the Lord outside and closed the door, and he's living in the worldly things and the worldly desires and doing whatever he pleases, and Lord is waiting outside. ਚੈਪਟਰ 3 ਵਰਸ 8 ਦੇ ਵਿੱਚ ਦੇਖਾਂਗੇ And we're going to see chapter 3 verse 8 as well. ਇੱਥੇ ਉਸ ਚਰਚ ਦੀ ਗੱਲ ਹੋ ਰਹੀ ਹੈ ਜਿਹੜਾ ਰੈਪਚਰ ਹੋ ਜਾਏਗਾ ਜਿਹੜਾ ਉਠਾ ਲਿਆ ਜਾਏਗਾ ਜੇ ਉੱਥੇ ਬੂਹੇ ਦੀ ਗੱਲ ਹੁੰਦੀ ਹੈ
ਪੜ੍ਹਦੇ ਹੋ ਜੀ ਚੈਪਟਰ 3 ਵਰਸ 8। ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਵੇਖ ਮੈਂ ਤੇਰੇ ਸਾਹਮਣੇ ਇੱਕ ਖੁੱਲਾ ਹੋਇਆ ਬੂਹਾ। ਖੁੱਲਾ ਬੂਹਾ ਯਾਨੀ ਕਿ ਰੈਪਚਰ ਦੀ ਗੱਲ ਹੋ ਰਹੀ ਹੈ। ਹੁਣ ਚੈਪਟਰ 4 ਵਰਸ 1 ਦੇਖੋ। ਇਹਦੇ ਪਿੱਛੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਬਈ ਆਕਾਸ਼ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ। ਦੁਬਾਰਾ ਫਿਰ ਦੇਖੋ, ਜਿਹੜਾ ਚਰਚ ਉਠਾ ਲਿਆ ਜਾਣਾ ਉਹਦੇ ਦਿਲ ਦਾ ਬੂਹਾ ਖੁੱਲਾ ਆ। ਜਦੋਂ ਰੈਪਚਰ ਹੋਣੀ ਹੈ ਉਦੋਂ ਬੂਹਾ ਖੁੱਲ ਜਾਣਾ। ਲੇਕਿਨ ਇਹ ਇਨਸਾਨ ਜਿਹੜਾ ਹੈਗਾ ਲੂਕਵਾਮ, ਇਹਨੇ ਆਪਣਾ ਦਿਲ ਦਾ ਦਰਵਾਜ਼ਾ ਬੰਦ ਕੀਤਾ ਹੋਇਆ, ਪ੍ਰਭੂ ਨੂੰ ਬਾਹਰ ਰੱਖਿਆ ਹੋਇਆ। And we see that the church that is going to be lifted up, their door is open. And after, in chapter 4, verse 1, the door is open. But this person who's a lukewarm person, at that moment, he has taken Lord Jesus out of his heart and has closed the door to him. Last verse पढ़ाएंगे। I'm going to read last Second verse. Thessalonians chapter 2. Second Thessalonians chapter 2, ਉਹਦੇ ਆਪਾਂ 6ਵੇਂ ਵਰਸ ਤੋਂ ਲੈ ਕੇ 12ਵੇਂ ਵਰਸ ਤੱਕ ਪੜਾਂਗੇ। ਇੱਥੇ ਉਸ ਸਮੇਂ ਦੇ ਬਾਰੇ ਲਿਖਿਆ ਹੋਇਆ ਆ ਜਦੋਂ ਐਂਟੀ ਕ੍ਰਾਈਸਟ ਨੇ ਆ ਜਾਣਾ ਆ। ਤੇ ਜਦੋਂ ਐਂਟੀ ਕ੍ਰਾਈਸਟ ਨੇ ਆ ਜਾਣਾ ਤੇ ਲਿਖਿਆ ਆ ਕਿ ਚਰਚ ਜਿਹੜਾ ਹੈਗਾ ਉਹਨੇ ਐਂਟੀ ਕ੍ਰਾਈਸਟ ਨੂੰ ਰੋਕਿਆ ਹੋਇਆ। ਲੇਕਿਨ ਜਦੋਂ ਚਰਚ ਚੱਕਿਆ ਗਿਆ ਵਿੱਚੋਂ, ਉਦੋਂ ਐਂਟੀ ਕ੍ਰਾਈਸਟ ਨੇ ਮੈਨੀਫੈਸਟ ਹੋ ਜਾਣਾ ਹੈ। ਤੇ ਜਦੋਂ ਮੈਨੀਫੈਸਟ ਹੋਵੇਗਾ ਉਦੋਂ ਚਰਚ ਉਠਾ ਲਿਆ ਜਾਵੇਗਾ। ਲੇਕਿਨ ਉਹ ਲੋਕ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਤਾਂ ਕਰਦੇ ਸੀ ਲੇਕਿਨ ਉਹਦੇ ਮੁਤਾਬਿਕ ਚੱਲੇ ਨਹੀਂ, ਉਹਨਾਂ ਦੇ ਉੱਤੇ ਰੱਬ ਵੱਲੋਂ ਇੱਕ ਐਸੀ ਬਦਰੂ ਭੇਜੀ ਜਾਏਗੀ ਜਿਹੜੀ ਉਹਨਾਂ ਨੂੰ ਕੰਫਿਊਜ਼ ਕਰ ਦੇਗੀ completely. And we see at the time after that, the verses that we're going to read now, that the Antichrist will come, and it's talk about those people who knew the Lord, and after that who rejected him, that when Antichrist comes on those people, a spirit will be thrown that will be a spirit of confusion. ਪੜਾਂਗੇ ਆਪਾਂ Second Thessalonians chapter 2 verse 6 to 12 ਜੀ। ਹੁਣ ਤੁਸੀਂ ਉਹਨੂੰ ਜਾਣਦੇ ਹੋ ਜੋ ਡੱਕੀ ਬੈਠਾ ਹੈ, ਬਈ ਉਹ ਆਪਣੇ ਸਮੇਂ ਸਿਰ ਪ੍ਰਗਟ ਹੋਵੇ। ਕੁਧਰਮ ਦੀ ਭੇਤ ਡੱਕੀ ਬੈਠਾ ਹੈ, ਚਰਚ ਡੱਕੀ ਬੈਠਾ ਹੈ ਜੇ ਐਂਟੀ ਕ੍ਰਾਈਸਟ ਮੈਨੀਫੈਸਟ ਨਾ ਹੋ ਸਕੇ। And he is holding on to him that the Antichrist won't manifest at this moment. ਅੱਗੇ ਦੇਖੋ। ਕੁਧਰਮ ਦੀ ਭੇਤ ਹੁਣ ਵੀ ਤਾਂ ਅਸਰ ਕਰੀ ਜਾਂਦੀ ਹੈ, ਪਰ ਜਦ ਤਾਈਂ ਉਹ ਵਿੱਚੋਂ ਹਟ ਨਾ ਜਾਵੇ ਇੱਕ ਡੱਕਣ ਵਾਲਾ ਹੈ, ਤਦ ਉਹ ਕੁਧਰਮੀ ਪ੍ਰਗਟ ਹੋਵੇਗਾ ਜਿਹਨੂੰ ਪ੍ਰਭੂ ਯਿਸੂ ਆਪਣੇ ਮੁਖ ਦੇ ਸਾਹ ਨਾਲ ਦਗਧ ਕਰੇਗਾ ਅਤੇ ਆਪਣੇ ਆਉਣ ਦੇ ਪ੍ਰਕਾਸ਼ ਨਾਲ ਨਾਸ਼ ਕਰੇਗਾ। ਉਸ ਕੁਧਰਮੀ ਦਾ ਆਉਣਾ ਸ਼ੈਤਾਨ ਦੇ ਅਮਲ ਅਨੁਸਾਰ ਹਰ ਪ੍ਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ ਅਤੇ ਚਰਜਾਂ ਨਾਲ ਹੋਵੇਗਾ। ਨਾਲੇ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ ਕੁਧਰਮ ਦੇ ਹਰ ਪ੍ਰਕਾਰ ਦੇ ਛਲ ਨਾਲ, ਇਸ ਕਾਰਨ ਜੋ ਉਹਨਾਂ ਨੇ ਸੱਚਾਈ ਦੇ ਪ੍ਰੇਮ ਨੂੰ ਕਬੂਲ ਨਾ ਕੀਤਾ। ਇਹ ਚਿੰਨ, ਇਹ ਚਮਤਕਾਰ ਉਹਨਾਂ ਨੂੰ ਕੰਫਿਊਜ਼ ਕਰਨ ਵਾਸਤੇ ਹੋਣਗੇ ਜਿਹੜੇ ਕੋਸੇ ਸੀ, ਜਿਹੜੇ ਰਹਿ ਗਏ ਨੇ ਉਹਨਾਂ ਨੂੰ ਕੰਫਿਊਜ਼ ਕਰਨ ਤਾਂ ਕਿ ਇਹ ਐਂਟੀ ਕ੍ਰਾਈਸਟ ਵਿਸ਼ਵਾਸ ਕਰ ਲੈਣ। And all these things that you're talking about, they are to confuse those people who stayed behind, who were lukewarm at the time, so they will be confused, so they won't accept Lord Jesus, so they will believe in Antichrist instead. ਇੱਕ ਵਾਰ ਪਿੱਛੋਂ ਪੜੋ। ਨਾਲੇ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ, ਇਹ ਚਿੰਨ ਉਹਨਾਂ ਲਈ ਹੋਣਗੇ ਜਿਹੜੇ ਨਾਸ਼ ਹੋ ਰਹੇ ਹਨ। ਨਾਸ਼ ਨਹੀਂ ਸੀਗੇ, ਬਚਾਏ ਗਏ ਹੋਏ ਸੀਗੇ, ਲੇਕਿਨ ਹੁਣ ਨਾਸ਼ ਹੋ ਰਹੇ ਹਨ। These are for those people who are being now destroyed. They were fine before, but now because they're lukewarm, they're being destroyed and confused. ਦੁਬਾਰਾ ਦੇਖੋ। ਨਾਲੇ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ ਕੁਧਰਮ ਦੇ ਹਰ ਪ੍ਰਕਾਰ ਦੇ ਛਲ ਨਾਲ, ਇਸ ਕਾਰਨ ਜੋ ਉਹਨਾਂ ਨੇ ਸੱਚਾਈ ਦੇ ਪ੍ਰੇਮ ਨੂੰ ਕਬੂਲ ਨਾ ਕੀਤਾ। ਸੱਚਾਈ ਦੇ ਪ੍ਰੇਮ ਨੂੰ ਕਬੂਲ ਨਹੀਂ ਕੀਤਾ। ਸੁਣ ਲਿਆ, ਪ੍ਰਭੂ ਯਿਸੂ ਨੂੰ ਸਵੀਕਾਰ ਕਰਕੇ ਰੱਖ ਲਿਆ, ਲੇਕਿਨ ਇੱਕ ਪੈਰ ਦੁਨੀਆ 'ਚ ਰੱਖਿਆ ਗਿਆ, ਇੱਕ ਪੈਰ ਪਾਪ ਦੇ ਵਿੱਚ ਰੱਖਿਆ ਪਿਆ। ਲੂਕਵਾਮ ਰਹੇ ਤੇ ਉਹ ਉਗਲ ਦਿੱਤੇ ਜਾਣਗੇ। ਇਹ ਉਹਨਾਂ ਦੇ ਲਈ ਆ ਕਿ ਜਿਹੜਾ ਇਹ ਕੰਫਿਊਜ਼ਨ ਦਾ ਇੱਕ ਰੂਪ ਭੇਜਿਆ ਜਾਏਗਾ ਰੱਬ ਵੱਲੋਂ, ਤਾਂ ਕਿ ਕੰਫਿਊਜ਼ ਹੋ ਕੇ ਐਂਟੀ ਕ੍ਰਾਈਸਟ ਵਿਸ਼ਵਾਸ ਕਰਕੇ ਖਤਮ ਹੋ ਜਾਣ। And they're talking about those people who did not accept Lord's love completely. They had one foot in the world and one foot being a believer, and they were doing whatever they wanted to do. So this confusion is being thrown for them at the time of the tribulation. They will believe in Antichrist and stay with him forever. ਪਿੱਛੋਂ ਦੇਖੋ ਇੱਕ ਵਰਸ। ਜੋ ਉਹਨਾਂ ਨੇ ਸੱਚਾਈ ਦੇ ਪ੍ਰੇਮ ਨੂੰ ਕਬੂਲ ਨਾ ਕੀਤਾ, ਜਿਸ ਤੋਂ ਉਹਨਾਂ ਦੀ ਮੁਕਤੀ ਹੋ ਜਾਂਦੀ, ਸੋ ਇਸੇ ਕਰਕੇ ਪਰਮੇਸ਼ਰ ਉਹਨਾਂ ਉੱਤੇ ਧੋਖੇ ਦਾ ਅਸਰ ਘੱਲਦਾ ਹੈ ਬਈ ਉਹ ਝੂਠ ਨੂੰ ਸੱਚ ਮੰਨਣ, ਤਾਂ ਜੋ ਉਹ ਸਭੇ ਦੋਸ਼ੀ ਠਹਿਰਨ ਜਿਨ੍ਹਾਂ ਸੱਚ ਨੂੰ ਨਾ ਮੰਨਿਆ, ਸਗੋਂ ਕੁਧਰਮ ਉੱਤੇ ਪ੍ਰਸੰਨ ਰਹੇ। ਇਸ ਤਰੀਕੇ ਦੇ ਨਾਲ ਜਿਹੜੇ ਕੋਸੇ ਵਿਸ਼ਵਾਸੀ ਸੀ ਉਹਨਾਂ ਨੂੰ ਇੱਕ ਕੰਫਿਊਜ਼ਨ ਦਾ ਰੂਹ
ਲੈ ਦਬੇਗਾ ਤੇ ਉਹ ਐਂਟੀ ਕ੍ਰਾਈਸਟ ਦੇ ਪਿੱਛੇ ਲੱਗ ਕੇ ਸੀਲ ਜਿਹੜੀ ਹੈਗੀ ਆ 666 ਦੀ ਉਹਨੂੰ ਸਵੀਕਾਰ ਕਰਕੇ ਆਪਣੀ ਮੁਕਤੀ ਗਵਾ ਬੈਠਣਗੇ ਉਹਨਾਂ ਨੂੰ ਬਚਣ ਦਾ ਕੋਈ ਹੋਰ ਰਸਤਾ ਨਹੀਂ ਹੋਏਗਾ So this is how those people who are lukewarm, they will be so confused at the time, and they will follow the Antichrist when he will come, and they will end up receiving that seal or the chip, and then they will have no way out of it. ਤੁਸੀਂ ਪ੍ਰਭੂ ਚ ਆ ਗਏ ਹੋ You are in the Lord. ਹੁਣ ਠੰਡੇ ਦਾ ਰਹੇ ਨਹੀਂ You're not cold, obviously. ਤੁਸੀਂ ਗਰਮ ਹੋ ਗਏ You are hot now. ਹੁਣ ਪੂਰਾ ਦਿਲ ਪ੍ਰਭੂ ਚ ਲਿਆਵੋ Now bring all your heart into the Lord. ਛੱਡ ਦਿਓ ਇੱਧਰ ਦੀਆਂ ਉੱਧਰ ਦੀਆਂ In all the things of the worldly things and here and there, just leave everything behind. ਤੁਹਾਡੀ ਰੂਹ ਦੇ ਵਿੱਚ ਤੁਹਾਡੇ ਮਨ ਵਿੱਚ ਤੁਹਾਡੇ ਦਿਲ 'ਚ ਸਿਰਫ ਪਵਿੱਤਰ ਆਤਮਾ ਹੀ ਕਬਜ਼ਾ ਕਰਕੇ ਰੱਖੇ And may your heart, your soul, your mind is just filled with the Holy Spirit, ਤਾਂ ਕਿ ਬਾਅਦ 'ਚ ਪਛਤਾਣਾ ਨਾ ਪਵੇ so that we won't be feeling sorry afterward. ਸੋ ਜੇ ਤੁਸੀਂ ਰੈਪਚਰ ਮਿਸ ਕਰ ਗਏ If you miss the rapture, ਤੁਹਾਡੇ ਵਾਸਤੇ ਹੋਰ ਕੋਈ ਚਾਰਾ ਨਹੀਂ then there's no other way out. ਹੋਰ ਕੋਈ ਤਰੀਕਾ ਨਹੀਂ ਕਿ ਤੁਸੀਂ ਬਚਾ ਜਾਓ There's no other way to be saved afterward. ਇਹ ਪਰਮੇਸ਼ਰ ਦਾ ਅਸਲੀ ਤੇ ਖਾਲਿਸ ਵਚਨ ਹੈ This is God's pure word. ਆਓ ਦੁਆ ਕਰੀਏ Let's pray. ਪਰਮੇਸ਼ਰ ਪਿਤਾ ਮੈਂ ਅੱਜ ਇੱਕ ਭੈਣ ਭਰਾ ਨੂੰ ਤੁਹਾਡੇ ਚਰਨਾਂ 'ਚ ਲੈ ਕੇ ਆਉਣਾ ਹੈ Lord Father, I bring every brother and sister to you today. ਅਸੀਂ ਸਾਰੇ ਮਿਲ ਕੇ ਪ੍ਰਭੂ ਜੀ ਅੱਜ ਮਾਫੀ ਮੰਗਦੇ ਹਾਂ And we all get together and ask for forgiveness today. ਜਾਣੇ ਅਣਜਾਣੇ ਚੋਂ ਜੋ ਵੀ ਸਾਤੋਂ ਗਲਤੀਆਂ ਪਾਪ ਗੁਨਾਹ ਹੋ ਗਏ ਹੁਣ ਸਾਨੂੰ क्षमा ਕਰੋ All the errors, mistakes, sins that we committed, knowing or not knowing, Father, forgive us, please. ਪ੍ਰਭੂ ਜੀ ਸਾਨੂੰ ਆਪਣੇ ਵਿੱਚ ਮਜ਼ਬੂਤ ਕਰੋ And Lord Father, strengthen us in you. ਅਸੀਂ ਰੂਹ ਦੇ ਨਾਲ ਭਰੇ ਰਹਿਣਾ ਚਾਹੁੰਦੇ ਹਾਂ We want to stay filled in the Spirit always. ਅਸੀਂ ਪਵਿੱਤਰਤਾ 'ਚ ਤਿਆਰ ਰਹਿਣਾ ਚਾਹੁੰਦੇ ਹਾਂ We want to be ready in the holiness. ਤੁਹਾਡੇ ਆਉਣ ਦੀ ਉਡੀਕ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਹਾਂ We want to be continually waiting for you to come again. ਅਸੀਂ ਰੂਹ ਦੇ ਨਾਲ ਚੱਲਣਾ ਚਾਹੁੰਦੇ We ਹਾਂ want to walk with the Spirit continuously. ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਨ ਵਾਸਤੇ ਸਾਡੇ ਕੰਨ ਤਰਾਸ ਦੇਵੋ And Lord, have our ears ready to hear the voice of the Holy Spirit, ਤਾਂ ਕਿ so ਅਸੀਂ ਰੈਪਚਰ ਮਿਸ ਨਾ ਕਰ ਜਾਈਏ that we won't miss the rapture. ਯਿਸੂ ਨਾਮ 'ਚ ਮੰਗਦੇ ਹਾਂ In the name of Jesus, we pray. ਆਮੇਨ Amen. Amen. God bless you God bless you, everyone. amen Amen.